प्यारे विद्यार्थियों, मेरे YouTube चैनल ਤੇ ਤੁਹਾਡਾ ਸਵਾਗਤ ਹੈ। ਇਹ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪਹਿਲਾ ਪ੍ਰੈਕਟੀਕਲ ਸੈਸ਼ਨ ਹੈ। ਇਸ ਪ੍ਰੈਕਟੀਕਲ ਸੈਸ਼ਨ ਵਿੱਚ ਅਸੀਂ MS Word ਵਿੱਚ ਟੇਬਲਸ ਅਤੇ ਮੇਲ ਮਰਜ ਨਾਲ ਕੰਮ ਕਰਨਾ ਸਿੱਖਾਂਗੇ। ਇਹਨਾਂ ਟੌਪਿਕਸ ਨੂੰ ਅਸੀਂ MS Word ਵਿੱਚ ਪ੍ਰੈਕਟੀਕਲ ਕਰਦੇ ਹੋਏ ਸਿੱਖਾਂਗੇ। ਪਿਆਰੇ ਬੱਚਿਓ, ਇਸ ਲੈਕਚਰ ਰਾਹੀਂ ਅਸੀਂ 8ਵੀਂ ਜਮਾਤ ਦੇ ਪਹਿਲੇ ਪਾਠ ਵਿੱਚ ਦਿੱਤੇ ਗਏ ਟੌਪਿਕਸ ਨੂੰ ਪ੍ਰੈਕਟੀਕਲ ਰਾਹੀਂ ਸਮਝਾਉਣ ਦਾ ਇੱਕ ਉਪਰਾਲਾ ਕੀਤਾ ਹੈ। ਇਸ ਲੈਕਚਰ ਵਿੱਚ ਅਸੀਂ MS Word ਵਿੱਚ ਟੇਬਲ ਬਣਾਉਣ ਦੇ ਵੱਖ-ਵੱਖ ਤਰੀਕਿਆਂ ਸੰਬੰਧੀ ਪ੍ਰੈਕਟੀਕਲ ਰਾਹੀਂ ਜਾਣਕਾਰੀ ਪ੍ਰਦਾਨ ਕਰਾਂਗੇ। ਫਿਰ ਟੇਬਲ ਵਿੱਚ ਡਾਟਾ ਦਾਖਲ ਕਰਨ ਸੰਬੰਧੀ ਚਰਚਾ ਕਰਾਂਗੇ। ਫਿਰ ਟੇਬਲ ਦੀ ਬਣਤਰ ਵਿੱਚ ਬਦਲਾਵ ਕਿਵੇਂ ਕਰ ਸਕਦੇ ਹਾਂ ਉਸ ਸੰਬੰਧੀ ਪ੍ਰੈਕਟੀਕਲ ਜਾਣਕਾਰੀ ਹਾਸਲ ਕਰਾਂਗੇ। ਫਿਰ ਟੇਬਲ ਪ੍ਰੋਪਰਟੀਜ਼ ਦੀ ਸਹਾਇਤਾ ਨਾਲ ਕਿਸ ਤਰ੍ਹਾਂ ਅਸੀਂ ਟੇਬਲ ਦੀ ਅਲਾਈਨਮੈਂਟ ਸੈੱਟ ਕਰ ਸਕਦੇ ਹਾਂ। ਟੇਬਲ ਵਿਚਲੇ ਰੋਜ਼, ਕਾਲਮ ਅਤੇ ਸੈੱਲਾਂ ਦਾ ਸਾਈਜ਼ ਕਿਵੇਂ ਬਦਲ ਸਕਦੇ ਹਾਂ ਇਸ ਸੰਬੰਧੀ ਜਾਣਕਾਰੀ ਹਾਸਲ ਕਰਾਂਗੇ। ਫਿਰ ਸੈੱਲਾਂ ਨੂੰ ਸਪਲਿਟ ਕਰਨਾ ਅਤੇ ਉਹਨਾਂ ਨੂੰ ਮਰਜ ਕਰਨ ਸੰਬੰਧੀ ਜਾਣਕਾਰੀ ਪ੍ਰੈਕਟੀਕਲ ਰਾਹੀਂ ਹਾਸਲ ਕਰਾਂਗੇ। ਫਿਰ ਟੇਬਲ ਨੂੰ ਸਪਲਿਟ ਕਰਨ ਸੰਬੰਧੀ ਅਤੇ ਆਖਰੀ ਟੌਪਿਕ ਮੇਲ ਮਰਜ ਦਾ ਪ੍ਰਯੋਗ MS Word ਵਿੱਚ ਕਿਵੇਂ ਕੀਤਾ ਜਾਂਦਾ ਹੈ ਇਸ ਸੰਬੰਧੀ ਪ੍ਰੈਕਟੀਕਲ ਕਰਦੇ ਹੋਏ ਜਾਣਕਾਰੀ ਹਾਸਲ ਕਰਾਂਗੇ। ਪਿਆਰੇ ਬੱਚਿਓ, ਆਓ ਸ਼ੁਰੂ ਕਰਦੇ ਹਾਂ ਪਹਿਲਾ ਪ੍ਰੈਕਟੀਕਲ ਸੈਸ਼ਨ ਜੋ ਕਿ MS Word ਵਿੱਚ ਟੇਬਲਸ ਅਤੇ ਮੇਲ ਮਰਜ ਨਾਲ ਸੰਬੰਧਿਤ ਹੈ। ਸਭ ਤੋਂ ਪਹਿਲਾਂ ਤੁਹਾਨੂੰ ਟੇਬਲ ਅਤੇ ਉਸ ਦੇ ਵੱਖ-ਵੱਖ ਕੰਪੋਨੈਂਟਸ, ਉਸ ਦੇ ਵੱਖ-ਵੱਖ ਭਾਗਾਂ ਸੰਬੰਧੀ ਜਾਣਕਾਰੀ ਹੋਣਾ ਜ਼ਰੂਰੀ ਹੈ। ਆਓ ਹੇਠਾਂ ਦਿੱਤੀ ਡਾਇਗਰਾਮ ਨਾਲ ਅਸੀਂ ਇਹਨਾਂ ਟੇਬਲ ਦੇ ਭਾਗਾਂ ਸੰਬੰਧੀ ਜਾਣਕਾਰੀ ਹਾਸਲ ਕਰਦੇ ਹਾਂ। ਇੱਕ ਟੇਬਲ ਰੋਜ਼ ਅਤੇ ਕਾਲਮਾਂ ਤੋਂ ਮਿਲ ਕੇ ਬਣਦਾ ਹੈ। ਰੋ ਅਤੇ ਕਾਲਮਾਂ ਦੇ ਇੰਟਰਸੈਕਸ਼ਨ ਨਾਲ ਸੈੱਲ ਬਣਦੇ ਹਨ। ਜਿਵੇਂ ਕਿ ਇਹ ਵਰਟੀਕਲ ਲਾਈਨਸ ਕਾਲਮ ਅਖਵਾਉਂਦੀਆਂ ਹਨ ਅਤੇ ਇਹ ਹੋਰੀਜ਼ੌਂਟਲ ਲਾਈਨਸ ਰੋਜ਼ ਅਖਵਾਉਂਦੀਆਂ ਹਨ। ਇਹਨਾਂ ਦੇ ਕੱਟਣ ਨਾਲ ਇਹ ਛੋਟੇ-ਛੋਟੇ ਬਾਕਸ ਜੋ ਬਣੇ ਹਨ ਉਹ ਸੈੱਲ ਅਖਵਾਉਂਦੇ ਹਨ। ਅਸੀਂ MS Word ਵਿੱਚ ਇਸ ਤਰ੍ਹਾਂ ਦਾ ਟੇਬਲ ਬਣਾਉਣਾ ਸਿੱਖਾਂਗੇ ਅਤੇ ਉਸ ਉੱਪਰ ਕਿਹੜੇ-ਕਿਹੜੇ ਆਪਰੇਸ਼ਨ ਕਿਵੇਂ-ਕਿਵੇਂ ਪਰਫਾਰਮ ਕੀਤੇ ਜਾ ਸਕਦੇ ਹਨ ਉਹਨਾਂ ਸੰਬੰਧੀ ਪ੍ਰੈਕਟੀਕਲ ਰਾਹੀਂ ਜਾਣਕਾਰੀ ਹਾਸਲ ਕਰਾਂਗੇ। ਇਸ ਟੇਬਲ ਵਿੱਚ ਅਸੀਂ ਵਿਦਿਆਰਥੀਆਂ ਨਾਲ ਸੰਬੰਧਿਤ ਜਾਣਕਾਰੀ ਸਟੋਰ ਕਰਵਾਈ ਹੈ, ਜਿਸ ਵਿੱਚ ਅਸੀਂ 3 ਕਾਲਮ ਰੋਲ ਨੰਬਰ, ਵਿਦਿਆਰਥੀ ਦਾ ਨਾਮ ਅਤੇ ਜਮਾਤ ਨੂੰ ਸ਼ਾਮਿਲ ਕੀਤਾ ਹੈ ਅਤੇ ਨੀਚੇ ਕੁਝ ਵਿਦਿਆਰਥੀਆਂ ਦਾ ਡਾਟਾ ਦਾਖਲ ਕੀਤਾ ਹੋਇਆ ਹੈ। ਆਓ ਦੇਖਦੇ ਹਾਂ ਇਸ ਤਰ੍ਹਾਂ ਦਾ ਟੇਬਲ ਅਸੀਂ MS Word ਵਿੱਚ ਕਿਵੇਂ ਤਿਆਰ ਕਰਾਂਗੇ। ਸਭ ਤੋਂ ਪਹਿਲਾਂ ਅਸੀਂ MS Word ਨੂੰ ਰਨ ਬਾਕਸ ਰਾਹੀਂ ਖੋਲ੍ਹਣਾ ਸਿੱਖਾਂਗੇ। ਰਨ ਬਾਕਸ ਖੋਲ੍ਹਣ ਲਈ ਕੀਬੋਰਡ ਤੋਂ ਵਿੰਡੋ ਕੀ ਅਤੇ R ਕੀ ਦਬਾਈ ਜਾਂਦੀ ਹੈ। ਫਿਰ ਜੋ ਬਾਕਸ ਓਪਨ ਹੋਵੇਗਾ ਉਸ ਨੂੰ ਰਨ ਬਾਕਸ ਕਿਹਾ ਜਾਵੇਗਾ। ਇਸ ਬਾਕਸ ਵਿੱਚ ਮਾਈਕਰੋਸਾਫਟ ਵਰਡ ਸਟਾਰਟ ਕਰਨ ਲਈ WinWord ਸ਼ਬਦ ਟਾਈਪ ਕੀਤਾ ਜਾਂਦਾ ਹੈ। WinWord WINWORD। ਇਹਨਾਂ ਸ਼ਬਦਾਂ ਵਿਚਕਾਰ ਕੋਈ ਖਾਲੀ ਥਾਂ ਨਹੀਂ ਛੱਡਣੀ। WinWord ਟਾਈਪ ਕਰਨ ਤੋਂ ਬਾਅਦ ਅਸੀਂ OK ਬਟਨ ਉੱਪਰ ਕਲਿੱਕ ਕਰਨਾ ਹੈ। ਇਸ ਤਰ੍ਹਾਂ ਸਾਡੀ ਸਕਰੀਨ ਉੱਪਰ MS Word ਜਾਂ ਮਾਈਕਰੋਸਾਫਟ ਵਰਡ ਨਾਮ ਦਾ ਪ੍ਰੋਗਰਾਮ ਓਪਨ ਹੋ ਜਾਵੇਗਾ। ਆਓ ਇਸ ਦੀ ਸਕਰੀਨ ਨੂੰ ਮੈਕਸਿਮਾਈਜ਼ ਕਰਦੇ ਹਾਂ। MS Word ਵਿੱਚ ਟੇਬਲ ਬਣਾਉਣ ਦੇ ਬਹੁਤ ਸਾਰੇ ਤਰੀਕੇ ਹਨ। ਟੇਬਲ ਬਣਾਉਣ ਲਈ ਸਾਨੂੰ ਇਨਸਰਟ ਟੈਬ ਉੱਪਰ ਕਲਿੱਕ ਕਰਨਾ ਪੈਂਦਾ ਹੈ। ਇਸ ਵਿੱਚ ਟੇਬਲਸ ਗਰੁੱਪ ਵਿੱਚ ਟੇਬਲ ਨਾਮ ਦਾ ਇੱਕ ਬਟਨ ਬਣਿਆ ਹੋਇਆ ਹੈ। ਜਦੋਂ ਅਸੀਂ ਟੇਬਲਸ ਗਰੁੱਪ ਦੇ ਇਸ ਟੇਬਲ ਬਟਨ ਉੱਪਰ ਕਲਿੱਕ ਕਰਦੇ ਹਾਂ ਤਾਂ ਟੇਬਲਸ ਬਣਾਉਣ ਨਾਲ ਸੰਬੰਧਿਤ ਕੁਝ ਆਪਸ਼ਨਾਂ ਨਜ਼ਰ ਆਉਣਗੀਆਂ। ਇਹਨਾਂ ਆਪਸ਼ਨਾਂ ਵਿੱਚ ਸਭ ਤੋਂ ਪਹਿਲੀ ਆਪਸ਼ਨ ਹੈ ਜੋ ਉਸ ਵਿੱਚ ਬਹੁਤ ਸਾਰੇ ਸੈੱਲ ਦਿਖਾਈ ਦੇ ਰਹੇ ਹਨ। ਜਿਵੇਂ-ਜਿਵੇਂ ਅਸੀਂ ਇਹਨਾਂ ਸੈੱਲਸ ਉੱਪਰ ਮਾਊਸ ਮੂਵ ਕਰ ਰਹੇ ਹਾਂ ਉਵੇਂ-ਉਵੇਂ ਉਨੀਆਂ ਰੋਜ਼ ਅਤੇ ਕਾਲਮਸ ਦਾ ਇੱਕ ਟੇਬਲ ਆਪਣੇ ਆਪ ਤੁਹਾਨੂੰ ਵਰਡ ਡਾਕੂਮੈਂਟ ਵਿੱਚ ਬਣਦਾ ਦਿਖਾਈ ਦੇਵੇਗਾ। ਜਿਸ ਤਰ੍ਹਾਂ ਅਸੀਂ 2 ਰੋਜ਼ ਅਤੇ 3 ਕਾਲਮ ਅਨੁਸਾਰ ਮਾਊਸ ਨੂੰ ਮੂਵ ਕੀਤਾ ਹੋਇਆ ਹੈ
ठीक इसे तरह सानू वर्ड की फाइल विच 2 रोज़ ਅਤੇ 3 कॉलमां ਦਾ ਟੇਬਲ ਪ੍ਰੀਵਿਊ ਦੇ ਤੌਰ ਤੇ ਦਿਖਾਈ ਦੇ ਰਿਹਾ ਹੈ। ਜੇਕਰ ਅਸੀਂ ਰੋਜ਼ ਨੂੰ ਵਧਾਉਣਾ ਹੈ ਤਾਂ ਮਾਊਸ ਨੂੰ ਨੀਚੇ ਵੱਲ ਨੂੰ ਮੂਵ ਕਰਾਂਗੇ, ਜਾਂ ਜੇ ਕਾਲਮ ਵਧਾਉਣੇ ਹਨ ਤਾਂ ਰਾਈਟ ਸਾਈਡ ਵੱਲ ਨੂੰ ਮੂਵ ਕਰਾਂਗੇ। ਜਿਵੇਂ ਜਿਵੇਂ ਮਾਊਸ ਮੂਵ ਹੋਵੇਗਾ ਉਵੇਂ ਉਵੇਂ ਡਾਕੂਮੈਂਟ ਵਿੱਚ ਟੇਬਲ ਦਾ ਪ੍ਰੀਵਿਊ ਨਜ਼ਰ ਆਵੇਗਾ। जिस स्ट्रक्चर का टेबल जिन्नियां रोज़ ਅਤੇ जिन्ने कॉलमां ਦਾ ਟੇਬਲ ਅਸੀਂ ਬਣਾਉਣਾ ਚਾਹੁੰਦੇ ਹਾਂ ਉਨੇ ਸੈੱਲਾਂ ਉੱਪਰ ਮਾਊਸ ਦਾ ਕਲਿੱਕ ਕਰਕੇ ਅਸੀਂ ਉਹ ਟੇਬਲ ਵਰਡ ਦੀ ਫਾਈਲ ਵਿੱਚ ਬਣਾ ਸਕਦੇ ਹਾਂ। ਉਦਾਹਰਨ ਲਈ ਅਸੀਂ 5 ਰੋਜ਼ ਅਤੇ 3 ਕॉलਮਾਂ ਦਾ ਟੇਬਲ ਜੇਕਰ ਬਣਾਉਣਾ ਹੈ ਤਾਂ ਅਸੀਂ ਮਾਊਸ ਨੂੰ 5 ਰੋਜ਼ ਅਤੇ 3 ਕॉलम ਤੱਕ ਮੂਵ ਕਰ ਲਿਆ ਅਤੇ ਉਸ ਪੁਆਇੰਟ ਤੇ ਆ ਕੇ ਕਲਿੱਕ ਕਰ ਦੇਵਾਂਗੇ। इस तरह जो प्रीव्यू सानू दिखा रहा सी उस अनुसार साडा टेबल तैयार हो चुका है। यह टेबल तैयार करने का सब तो सौखा तरीका है। आओ हुण एक होर तरीका देखते हाँ टेबल बनाउण दा। सब तो पहला करसर नू उस थां उपर लै जाओ जिथे असीं टेबल बनाउणा है। इत्थे असीं एंटर की प्रैस करांगे थोड़ा जिहा स्पेस छड्डण लई। आओ हुण दूसरे तरीके नाल टेबल बनाउणा सिੱਖਦੇ ਹਾਂ। दूसरा तरीका है इंसर्ट टेबल। ਜਦੋਂ ਅਸੀਂ इस ऑप्शन उपर क्लिक करांगे तो सानू इंसर्ट टेबल नाम का एक बॉक्स नज़र आएगा। इस बॉक्स विच नंबर ऑफ कॉलम्स ਅਤੇ नंबर ऑफ रोज़ की गिनती पूछी जा रही है। जिन्ने कॉलम असी अपने टेबल विच बनाउणा चाहते हाँ वह वैल्यू असी नंबर ऑफ कॉलम्स फील्ड विच भरांगे। मान लो असी 3 कॉलम ਅਤੇ 5 रोज़ बनाउणियां हन तां इन्हां फील्डां विच असी उस प्रकार वैल्यू एंटर की ਅਤੇ ओके बटन उपर क्लिक कर दिता। इस तरह साडे कोल जिवें असी उपर टेबल तैयार किया है उस तरह का एक होर टेबल तैयार हो चुका है। परंतु उपर वाला टेबल असी माउस नूं मूव करते हुए रोज़ ਅਤੇ कॉलम्स नूं डिफाइन करते हुए टेबल बनाया सी। परंतु इस टेबल ਨੂੰ ਬਣਾਉਣ ਲਈ ਅਸੀਂ रोज़ ਅਤੇ कॉलम्स टाइप करके दस्या है कि साडा टेबल किस तरह का बनेगा। आओ हुण तीसरे तरीके नाल टेबल बनाउणा सिੱਖਦੇ ਹਾਂ। सब तो पहला करसर उत्थे लैके जावांगे जिथे असीं टेबल बनाउणा है। हुण असीं इंसर्ट टैब विच टेबल्स बटन विच ड्रा टेबल नाम की ऑप्शन वरतदे हुए टेबल तैयार करांगे। ਜਦੋਂ ਅਸੀਂ इस ऑप्शन उपर क्लिक करांगे ਤਾਂ ਸਾਡੇ ਕੋਲ माउस का एरो पॉइंटर आउण ਦੀ ਥਾਂ ਤੇ ਪੈਨਸਲ ਦੀ ਸ਼ੇਪ ਵਿੱਚ ਇੱਕ ਪੁਆਇੰਟਰ ਆਵੇਗਾ। ਇਸ ਦੀ ਸਹਾਇਤਾ ਨਾਲ ਅਸੀਂ ਜਿਸ ਤਰ੍ਹਾਂ ਦਾ ਵੀ ਟੇਬਲ डिज़ाइन करना ਚਾਹੁੰਦੇ ਹਾਂ उस तरह का टेबल डिज़ाइन कर सकते हाँ। इस विच जिवें जिवें असी रोज़ डिफाइन करनियां हन उवें उवें असी लाइनस नूं ड्रा करांगे। इस तरह असी अपनी इच्छा अनुसार जिस तरह का भी टेबल चाहते हाँ उस तरह का टेबल असी बना सकते हाँ। ड्रा टेबल की सहायता नाल असी इररेगुलर शेप का टेबल भी बना सकते हाँ, जिवें कि तुसीं देख रहे हो। टेबल बनाउण तो बाद कीबोर्ड तो एस्केप बटन प्रेस करके असी इस ड्रा टेबल ऑप्शन नूं बंद कर सकते हाँ। आओ हुण मैं कीबोर्ड तो एस्केप की प्रेस कर रहा हाँ। एस्केप की प्रेस करते सार जो पेंसिल शेप का पॉइंटर सी वो खत्म हो चुका है। इस तरह असी इन्हां 3 मुख्य तरीकों नाल टेबल ड्रा कर सकते हाँ। प्यारे बच्चों, की तुसीं किसी शॉर्टकट मैथड नाल केवल कीबोर्ड की मदद नाल टेबल तैयार कर सकते हो? क्योंकि जो असी तरीके देखे हैं वह तिने तरीके ही माउस की सहायता नाल टेबल तैयार करने में साडी सहायता कर रहे हैं। आओ हुण एक इंटरस्टिंग तरीका देखते हैं जिस विच असी केवल और केवल कीबोर्ड की सहायता नाल एक टेबल तैयार करांगे। सब तो पहला करसर उस थां ते लैके जावांगे जिथे असी टेबल तैयार करना है। हुण कीबोर्ड तो टेबल तैयार करने लई असी सब तो पहला कॉलम स्टार्ट करना है। जिथों भी असी कॉलम स्टार्ट करना है उत्थे आके सब तो पहला प्लस बटन दबदे हुए
प्लस सिंबल नूं टाइप करो। फिर जिन्नी कॉलम की चौड़ाई चाहिए है उन्ने वार तुसीं माइनस की निशानी या हाइफन की निशानी टाइप करोगे। फिर जिथे कॉलम खत्म करना है उत्थे दोबारा तो प्लस की दबाओगे। फिर अगला कॉलम बनाने लई हाइफन कीज़ या माइनस के निशान नूं टाइप करते हुए अगला कॉलम डिफाइन करोगे। जिथे तक तुसीं अपने इस कॉलम नूं डिफाइन करना है उत्थे तक तुसीं माइनस या हाइफन की निशानी टाइप करते रहोगे। फिर अगला कॉलम स्टार्ट करने लई फिर दोबारा तो प्लस बटन दबावांगे और फिर माइनस की निशानी या हाइफन की निशानी नाल कॉलम डिफाइन करांगे। फिर अंत विच फिर प्लस आखिरी कॉलम जिथे असीं खत्म करना है उत्थे असीं फिर दोबारा तो प्लस बटन दबावांगे। इत्थे इस गल का ध्यान रखना जरूरी है कि असीं यह प्रोसैस अगली रो विच नहीं लैके जाना। यह सारा प्रोसैस इक्को लाइन विच ही होना चाहिए है। असीं इस टेबल विच 3 कॉलम बनाए हैं। यह पहला कॉलम, यह दूजा कॉलम अते यह तीसरा कॉलम। आखिरी प्लस टाइप करने तो बाद तुसीं कीबोर्ड तो केवल एंटर की प्रेस करनी है अते तुहाडे कोल एक टेबल बन जाएगा जिवें कि तुसीं देख रहे हो। इस नाल केवल एक रो बनी है। जिस तरह असीं कॉलम डिफाइन किए सी उन्ने कॉलमां दी एक रो बन चुकी है। बाकी रोज़ बनाउण लई असीं टैब की दी वरतों करदे होए आखिरी सैल विच आवांगे। टैब बटन दबाउण नाल साडा करसर हुण आखिरी सैल विच आ चुकिया है। जदों करसर टेबल दे आखिरी सैल विच हुंदा है उस तो बाद जेकर असीं टैब की दबाउंदे हां तां MS वर्ड अपने आप उस टेबल विच एक नवीं रो इंसर्ट कर दिंदा है। आओ देखते हैं की हुंदा है। मैं कीबोर्ड तो हुण टैब की प्रेस करांगा तो अपने आप एक नवीं रो दाखिल हो गई है। इस तरह हुण लास्ट सैल विच आके दोबारा तो मैं टैब की प्रेस करांगा तो एक होर नवीं रो इंसर्ट हो चुकी है। इस तरह असीं जिन्नियां मर्जी रोज़ आखिरी सैल विच आके टैब की प्रेस करते हुए बना सकते हैं। इस मैथड विच असीं बिना माउस की सहायता दे केवल और केवल कीबोर्ड की सहायता नाल ही एक टेबल ड्रा किया है। ये सी टेबल ड्रा करने दे ਵੱਖ-ਵੱਖ तरीके। कुछ तरीके असीं माउस की सहायता नाल बनाए हैं अते एक तरीका असीं शॉर्टकट मैथड कीबोर्ड की सहायता नाल तैयार किया है। आओ हुण इन्हां टेबलों विच डाटा दाखिल करने के तरीके देखते हैं। जिवें कि असीं टेबल की एक डायग्राम देखी सी उस अनुसार असीं 3 कॉलम बना चुके हाँ। तो हुण सब तो पहले कॉलम विच रोल नंबर टाइप करांगे। जेकर असीं यह टेबल पंजाबी विच टाइप करना है तो असीं फॉन्ट विचों पंजाबी फॉन्ट, अनमोल लिपि, अमर लिपि, रावी फॉन्ट, जुआए, असीस जिस फॉन्ट की तुहानूं जानकारी होवे उस पंजाबी फॉन्ट की वरतों करते हुए पंजाबी विच भी टेबल विचला डाटा टाइप कर सकते हैं। असीं यह टेबल फिलहाल इंग्लिश विच ही टाइप करते हुए अपने प्रैक्टिकल नूं जारी रखांगे। पहला कॉलम रोल नंबर टाइप करने तो बाद असीं कीबोर्ड तो टैब की प्रेस करांगे जिस नाल जो मौजूदा सैल विच करसर है वह अगले सैल विच चला जाएगा। इत्थे असीं नेम ऑफ स्टूडेंट नाम का कॉलम तैयार करांगे। फिर तो असीं टैब की प्रेस करांगे अते साडा करसर अगले सैल विच आ जाएगा। इस विच असीं क्लास नाम का कॉलम तैयार करते हैं। हुण जेकर असीं टैब की प्रेस करांगे तो करसर साडा दूसरी रो दे पहले सैल विच आ जाएगा जिवें कि तुसीं देख रहे हो। आओ हुण विद्यार्थियों की जानकारी इस विच स्टोर करवाते हाँ। जेकर असीं टैब की दी वरतों नहीं करना चाहते तो असीं राइट एरो की दी वरतों नाल भी अगले सैल विच जा सकते हैं। एरो कीज़ की सहायता नाल असीं टेबल विच किसी भी सैल विच उपर नीचे खब्बे सज्जे आ जा सकते हैं। परंतु टैब की सहायता नाल भी असीं एक सैल तो अगले सैल विच जा सकते हाँ।
परंतु जेकर असीं मौजूदा सैल तो पिछले सैल विच जाना होवे तां असीं शिफ्ट ਅਤੇ टैब की ਦੀ ਵਰਤੋਂ ਕਰਾਂਗੇ। शिफ्ट ਅਤੇ टैब की ਦੀ ਵਰਤੋਂ ਨਾਲ ਅਸੀਂ ਕਿਸੇ ਵੀ ਸੈੱਲ ਤੋਂ ਉਸਦੇ ਪਿਛਲੇ ਸੈੱਲ ਵਿੱਚ ਜਾ ਸਕਦੇ ਹਾਂ, ਜਦਕਿ ਸਿਰਫ ਟੈਬ ਕੀ ਦੀ ਵਰਤੋਂ ਨਾਲ ਅਸੀਂ ਕਿਸੇ ਵੀ ਸੈੱਲ ਤੋਂ ਉਸਦੇ ਅਗਲੇ ਸੈੱਲ ਵਿੱਚ ਜਾ ਸਕਦੇ ਹਾਂ। ਆਓ ਕੁਝ ਵਿਦਿਆਰਥੀਆਂ ਦਾ ਡਾਟਾ ਟਾਈਪ ਕਰਦੇ ਹਾਂ। ਅਸੀਂ ਕੁਝ ਵਿਦਿਆਰਥੀਆਂ ਦਾ ਡਾਟਾ ਇਸ ਵਿੱਚ ਟਾਈਪ ਕਰ ਚੁੱਕੇ ਹਾਂ। ਜੇਕਰ ਅਸੀਂ ਕਿਸੇ ਸੈੱਲ ਵਿਚਲੇ ਡਾਟਾ ਵਿੱਚ ਕੋਈ ਬਦਲਾਵ ਕਰਨਾ ਹੈ ਤਾਂ ਸਿੰਪਲ ਮਾਊਸ ਦੇ ਕਲਿੱਕ ਨਾਲ ਵੀ ਅਸੀਂ ਉਸ ਸੈੱਲ ਵਿੱਚ ਜਾ ਕੇ ਉਸ ਸੈੱਲ ਵਿੱਚ ਕਰਸਰ ਲਿਆ ਕੇ ਉਸ ਵਿੱਚ ਜੋ ਵੀ ਬਦਲਾਵ ਕਰਨਾ ਚਾਹੁੰਦੇ ਹਾਂ ਉਹ ਕਰ ਸਕਦੇ ਹਾਂ। ਪਰੰਤੂ ਜੇਕਰ ਅਸੀਂ ਇਸ ਟੇਬਲ ਦੀ ਸਟਰਕਚਰ ਵਿੱਚ ਬਦਲਾਵ ਕਰਨਾ ਹੈ ਤਾਂ ਸਾਨੂੰ ਕੀ ਕਰਨਾ ਪਵੇਗਾ। ਉਦਾਹਰਨ ਲਈ ਅਸੀਂ ਕਿਸੇ ਕਾਲਮ ਦੀ ਚੌੜਾਈ ਨੂੰ ਘਟਾਉਣਾ ਜਾਂ ਵਧਾਉਣਾ ਹੈ ਜਾਂ ਕਿਸੇ ਰੋਅ ਦੀ ਉਚਾਈ ਨੂੰ ਘਟਾਉਣਾ ਜਾਂ ਵਧਾਉਣਾ ਹੈ ਤਾਂ ਅਸੀਂ ਕੀ ਕਰਾਂਗੇ। ਆਓ ਦੇਖਦੇ ਹਾਂ। ਜਿਸ ਤਰ੍ਹਾਂ ਤੁਹਾਨੂੰ ਇਹ ਕਾਲਮ ਦੀ ਲਾਈਨ ਦਿਖ ਰਹੀ ਹੈ, ਜਦੋਂ ਅਸੀਂ ਮਾਊਸ ਦਾ ਪੁਆਇੰਟਰ ਇਸ ਉੱਪਰ ਲੈ ਕੇ ਆਵਾਂਗੇ ਤਾਂ ਇਹ ਬਲੈਕ ਕਲਰ ਦਾ ਡਬਲ ਐਰੋ ਬਣ ਜਾਵੇਗਾ। ਇਸ ਪੋਜੀਸ਼ਨ ਵਿੱਚ ਅਸੀਂ ਮਾਊਸ ਦਾ ਕਲਿੱਕ ਕਰਦੇ ਹੋਏ ਉਸ ਨੂੰ ਡਰੈਗ ਕਰਦੇ ਹੋਏ ਜਿਸ ਦਿਸ਼ਾ ਵੱਲ ਵੀ ਜਾਵਾਂਗੇ ਸਾਡਾ ਕਾਲਮ ਉਸੇ ਦਿਸ਼ਾ ਵਿੱਚ ਆਪਣੀ ਚੌੜਾਈ ਨੂੰ ਐਡਜਸਟ ਕਰ ਲਵੇਗਾ। ਇਸੇ ਤਰ੍ਹਾਂ ਜੇਕਰ ਅਸੀਂ ਨੇਮ ਆਫ ਸਟੂਡੈਂਟ ਕਾਲਮ ਦੀ ਚੌੜਾਈ ਬਦਲਣਾ ਚਾਹੁੰਦੇ ਹਾਂ ਤਾਂ ਉਸ ਕਾਲਮ ਦੇ ਰਾਈਟ ਬਾਰਡਰ ਉੱਪਰ ਮਾਊਸ ਦਾ ਪੁਆਇੰਟਰ ਲੈ ਕੇ ਜਾਵਾਂਗੇ ਅਤੇ ਮਾਊਸ ਦਾ ਕਲਿੱਕ ਕਰਦੇ ਹੋਏ ਜਿੱਥੇ ਤੱਕ ਅਸੀਂ ਉਹਦੀ ਚੌੜਾਈ ਸੈੱਟ ਕਰਨੀ ਹੈ ਉਸ ਪੁਆਇੰਟ ਤੇ ਆ ਕੇ ਮਾਊਸ ਦਾ ਕਲਿੱਕ ਛੱਡ ਦੇਵਾਂਗੇ। ਇਸ ਤਰ੍ਹਾਂ ਅਸੀਂ ਆਪਣੀ ਜ਼ਰੂਰਤ ਅਨੁਸਾਰ ਕਾਲਮ ਦੀ ਚੌੜਾਈ ਨੂੰ ਘਟਾ ਜਾਂ ਵਧਾ ਸਕਦੇ ਹਾਂ। ਇਸੇ ਤਰ੍ਹਾਂ ਜੇਕਰ ਅਸੀਂ ਰੋਅ ਦੀ ਹਾਈਟ ਵਧਾਉਣੀ ਹੈ ਤਾਂ ਰੋਅ ਦੇ ਬਾਰਡਰ ਉੱਪਰ ਆ ਕੇ ਜਿਸ ਰੋਅ ਦੀ ਹਾਈਟ ਘਟਾਉਣੀ ਜਾਂ ਵਧਾਉਣੀ ਹੈ ਉਸ ਅਨੁਸਾਰ ਉਸ ਰੋਅ ਦੀ ਹਾਈਟ ਨੂੰ ਮਾਊਸ ਦਾ ਕਲਿੱਕ ਅਤੇ ਡਰੈਗ ਕਰਦੇ ਹੋਏ ਐਡਜਸਟ ਕਰਾਂਗੇ। ਕਿਸੇ ਵੀ ਰੋਅ ਦੀ ਹਾਈਟ ਨੂੰ ਘਟਾਉਣ ਜਾਂ ਵਧਾਉਣ ਲਈ ਅਸੀਂ ਇਹ ਤਰੀਕਾ ਅਪਣਾ ਸਕਦੇ ਹਾਂ। ਕਿਸੇ ਵੀ ਰੋਅ ਦੀ ਹਾਈਟ ਨੂੰ ਘਟਾਉਣ ਜਾਂ ਵਧਾਉਣ ਲਈ ਅਸੀਂ ਇਹ ਤਰੀਕਾ ਅਪਣਾ ਸਕਦੇ ਹਾਂ। ਅਸੀਂ ਹਾਈਟ ਘਟਾ ਵੀ ਸਕਦੇ ਹਾਂ, ਵਧਾ ਵੀ ਸਕਦੇ ਹਾਂ। ਹੁਣ ਜੇਕਰ ਅਸੀਂ ਇੱਕ ਨਵਾਂ ਕਾਲਮ ਵਿਦਿਆਰਥੀਆਂ ਦੇ ਰਿਜ਼ਲਟ ਲਈ ਜਾਂ ਮਾਰਕਸ ਲਈ ਇਸ ਟੇਬਲ ਵਿੱਚ ਐਡ ਕਰਨਾ ਹੈ ਤਾਂ ਅਸੀਂ ਕੀ ਕਰਾਂਗੇ। ਆਓ ਇਸ ਸੰਬੰਧੀ ਜਾਣਕਾਰੀ ਹਾਸਲ ਕਰਦੇ ਹਾਂ। ਜਦੋਂ ਸਾਡਾ ਕਰਸਰ ਟੇਬਲ ਵਿੱਚ ਮੌਜੂਦ ਹੁੰਦਾ ਹੈ ਤਾਂ ਟਾਈਟਲ ਬਾਰ ਉੱਪਰ ਟੇਬਲ ਟੂਲਸ ਨਾਮ ਦਾ ਇੱਕ ਨਵਾਂ ਆਪਸ਼ਨ ਤੁਹਾਨੂੰ ਦਿਖਾਈ ਦੇਵੇਗਾ। ਟੇਬਲ ਟੂਲਸ ਨਾਲ ਸੰਬੰਧਿਤ ਦੋ ਟੈਬ ਡਿਜ਼ਾਈਨ ਟੈਬ ਅਤੇ ਲੇਆਊਟ ਟੈਬ ਤੁਹਾਨੂੰ ਨਜ਼ਰ ਆਉਣਗੇ। ਜੇਕਰ ਸਾਡਾ ਕਰਸਰ ਟੇਬਲ ਤੋਂ ਬਾਹਰ ਆ ਜਾਂਦਾ ਹੈ ਤਾਂ ਇਹ ਆਪਸ਼ਨਸ ਅਤੇ ਟੈਬ ਗਾਇਬ ਹੋ ਜਾਣਗੇ, ਜਿਵੇਂ ਕਿ ਤੁਸੀਂ ਹੁਣੇ ਦੇਖਿਆ ਹੈ। ਜੇਕਰ ਅਸੀਂ ਦੁਬਾਰਾ ਤੋਂ ਟੇਬਲ ਵਿੱਚ ਆ ਕੇ ਕਲਿੱਕ ਕਰਾਂਗੇ ਤਾਂ ਇਹ ਟੇਬਲ ਟੂਲਸ ਅਤੇ ਉਸਦੇ ਟੈਬ ਸਾਨੂੰ ਦੁਬਾਰਾ ਤੋਂ ਨਜ਼ਰ ਆਉਣ ਲੱਗ ਜਾਣਗੇ। ਕਿਸੇ ਵੀ ਟੇਬਲ ਵਿੱਚ ਕਲਿੱਕ ਕਰਨ ਨਾਲ ਸਾਨੂੰ ਇਹ ਟੈਬ ਦਿਖਾਈ ਦੇਣਗੇ, ਪਰ ਜੇਕਰ ਸਾਡਾ ਕਰਸਰ ਕਿਸੇ ਵੀ ਟੇਬਲ ਵਿੱਚ ਮੌਜੂਦ ਨਹੀਂ ਹੈ ਤਾਂ ਸਾਨੂੰ ਇਹ ਟੂਲਸ ਅਤੇ ਟੈਬ ਦਿਖਾਈ ਨਹੀਂ ਦੇਣਗੇ। ਟੇਬਲਸ ਉੱਪਰ ਕੰਮ ਕਰਨ ਲਈ ਇਹ ਟੂਲਸ ਅਤੇ ਟੈਬ ਦੀ ਵਰਤੋਂ ਕੀਤੀ ਜਾਂਦੀ ਹੈ। ਆਓ ਦੁਬਾਰਾ ਤੋਂ ਅਸੀਂ ਇਸ ਟੇਬਲ ਵਿੱਚ ਆਪਣਾ ਕਰਸਰ ਲੈ ਕੇ ਆਉਂਦੇ ਹਾਂ। ਕਰਸਰ ਲਿਆਉਣ ਸਾਰ ਹੀ ਉੱਪਰ ਆਪਸ਼ਨਸ ਤੁਹਾਨੂੰ ਨਜ਼ਰ ਆਉਣਗੀਆਂ, ਡਿਜ਼ਾਈਨ ਟੈਬ ਅਤੇ ਲੇਆਊਟ ਟੈਬ। ਅਸੀਂ ਟੇਬਲ ਦੀ ਸਟਰਕਚਰ ਵਿੱਚ ਬਦਲਾਵ ਕਰਨ ਲਈ ਲੇਆਊਟ ਟੈਬ ਦੀ ਵਰਤੋਂ ਕਰਾਂਗੇ। ਜੇਕਰ ਅਸੀਂ ਇਸ ਕਾਲਮ ਦੇ ਖੱਬੇ ਪਾਸੇ ਇੱਕ ਨਵਾਂ ਕਾਲਮ ਫਾਦਰ ਨੇਮ ਨਾਮ ਦਾ ਬਣਾਉਣਾ ਹੈ ਤਾਂ ਅਸੀਂ ਇਨਸਰਟ ਲੈਫਟ ਆਪਸ਼ਨ ਜੋ ਕਿ ਰੋਜ਼ ਐਂਡ ਕਾਲਮਸ ਨਾਮ ਦੇ ਗਰੁੱਪ ਵਿੱਚ ਮੌਜੂਦ ਹੈ ਉਸ ਉੱਪਰ ਕਲਿੱਕ ਕਰਾਂਗੇ। ਕਲਿੱਕ ਕਰਦੇ ਸਾਰ ਸਾਡੇ ਕੋਲ ਇੱਕ ਨਵਾਂ ਕਾਲਮ ਤਿਆਰ ਹੋ ਜਾਵੇਗਾ। ਇਸੇ ਤਰ੍ਹਾਂ ਜੇਕਰ ਅਸੀਂ ਕਲਾਸ ਕਾਲਮ ਤੋਂ ਬਾਅਦ ਕਲਾਸ ਕਾਲਮ ਦੇ ਰਾਈਟ ਸਾਈਡ ਵੱਲ ਇੱਕ ਨਵਾਂ ਕਾਲਮ ਚਾਹੁੰਦੇ ਹਾਂ
ਤਾਂ ਅਸੀਂ ਇਨਸਰਟ ਰਾਈਟ ਆਪਸ਼ਨ ਜੋ ਕਿ ਰੋਜ਼ ਅਤੇ ਕਾਲਮਸ ਗਰੁੱਪ ਵਿੱਚ ਮੌਜੂਦ ਹੈ ਉਸ ਉੱਪਰ ਕਲਿੱਕ ਕਰਾਂਗੇ। ਇਸ ਤਰ੍ਹਾਂ ਜਿਸ ਕਾਲਮ ਵਿੱਚ ਸਾਡਾ ਕਰਸਰ ਸੀ ਉਸ ਦੇ ਰਾਈਟ ਸਾਈਡ ਵੱਲ ਇੱਕ ਨਵਾਂ ਕਾਲਮ ਬਣ ਚੁੱਕਿਆ ਹੈ। ਤਾਂ ਸਾਡੇ ਕਰਸਰ ਦੀ ਮੌਜੂਦਗੀ ਕਿਸ ਕਾਲਮ ਵਿੱਚ ਹੈ ਉਸ ਅਨੁਸਾਰ ਉਸ ਕਾਲਮ ਦੇ ਲੈਫਟ ਜਾਂ ਰਾਈਟ ਵੱਲ ਅਸੀਂ ਇੱਕ ਨਵਾਂ ਕਾਲਮ ਬਣਾ ਸਕਦੇ ਹਾਂ। ਇਸੇ ਤਰ੍ਹਾਂ ਜੇਕਰ ਅਸੀਂ ਕਿਸੇ ਵੀ ਰੋ ਤੋਂ ਉੱਪਰ ਜਾਂ ਨੀਚੇ ਵੱਲ ਇੱਕ ਨਵੀਂ ਰੋ ਬਣਾਉਣੀ ਹੈ ਤਾਂ ਅਸੀਂ ਰੋਜ਼ ਅਤੇ ਕਾਲਮਸ ਗਰੁੱਪ ਵਿੱਚ ਇਨਸਰਟ ਅਬਵ ਅਤੇ ਇਨਸਰਟ ਬਿਲੋ ਨਾਮ ਦੇ ਬਟਨ ਉੱਪਰ ਕਲਿੱਕ ਕਰਕੇ ਇਹ ਕੰਮ ਕਰਵਾ ਸਕਦੇ ਹਾਂ। ਜੇਕਰ ਅਸੀਂ ਇਨਸਰਟ ਅਬਵ ਬਟਨ ਉੱਪਰ ਕਲਿੱਕ ਕਰਾਂਗੇ ਤਾਂ ਮੌਜੂਦਾ ਰੋ ਜਿਸ ਵਿੱਚ ਸਾਡਾ ਕਰਸਰ ਹੈ ਉਸ ਰੋ ਦੇ ਉੱਪਰਲੇ ਪਾਸੇ ਇੱਕ ਨਵੀਂ ਰੋ ਬਣ ਜਾਵੇਗੀ। ਜਿਵੇਂ ਕਿ ਅਸੀਂ ਇਸ ਉੱਪਰ ਕਲਿੱਕ ਕਰਾਂਗੇ, ਇਸ ਰੋ ਵਿੱਚ ਸਾਡਾ ਕਰਸਰ ਸੀ ਉਸ ਦੇ ਉੱਪਰਲੇ ਪਾਸੇ ਇੱਕ ਨਵੀਂ ਰੋ ਬਣ ਚੁੱਕੀ ਹੈ। ਠੀਕ ਇਸੇ ਤਰ੍ਹਾਂ ਮੰਨ ਲਓ ਅਸੀਂ 103 ਰੋਲ ਨੰਬਰ ਦੇ ਨਿਚਲੇ ਪਾਸੇ ਇੱਕ ਨਵੀਂ ਰੋ ਬਣਾਉਣੀ ਹੈ ਤਾਂ ਅਸੀਂ ਇਨਸਰਟ ਬਿਲੋ ਬਟਨ ਉੱਪਰ ਕਲਿੱਕ ਕਰਦੇ ਹੋਏ ਉਸ ਰੋ ਦੇ ਨਿਚਲੇ ਪਾਸੇ ਇੱਕ ਨਵੀਂ ਰੋ ਬਣਾ ਸਕਦੇ ਹਾਂ। ਇਸੇ ਤਰ੍ਹਾਂ ਜੇਕਰ ਅਸੀਂ ਕਿਸੇ ਟੇਬਲ ਨੂੰ ਡਿਲੀਟ ਕਰਨਾ ਹੈ ਜਾਂ ਕਿਸੇ ਰੋ ਜਾਂ ਕਾਲਮ ਨੂੰ ਡਿਲੀਟ ਕਰਨਾ ਹੈ ਤਾਂ ਵੀ ਅਸੀਂ ਰੋਜ਼ ਅਤੇ ਕਾਲਮਸ ਗਰੁੱਪ ਵਿੱਚ ਡਿਲੀਟ ਬਟਨ ਦੀ ਸਹਾਇਤਾ ਨਾਲ ਇਹ ਕੰਮ ਕਰਵਾ ਸਕਦੇ ਹਾਂ। ਉਦਾਹਰਨ ਲਈ ਅਸੀਂ ਇਸ ਟੇਬਲ ਨੂੰ ਡਿਲੀਟ ਕਰਨਾ ਹੈ ਤਾਂ ਅਸੀਂ ਡਿਲੀਟ ਬਟਨ ਉੱਪਰ ਕਲਿੱਕ ਕਰਦੇ ਹੋਏ ਇਸ ਵਿੱਚ ਡਿਲੀਟ ਟੇਬਲ ਨਾਮ ਦੇ ਆਪਸ਼ਨ ਉੱਪਰ ਕਲਿੱਕ ਕਰਕੇ ਇਸ ਟੇਬਲ ਨੂੰ ਡਿਲੀਟ ਕਰ ਦੇਵਾਂਗੇ। ਟੇਬਲ ਡਿਲੀਟ ਕਰਦੇ ਹੋਏ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਸਾਡਾ ਕਰਸਰ ਕਿਸ ਟੇਬਲ ਵਿੱਚ ਹੈ। ਜਿਸ ਟੇਬਲ ਵਿੱਚ ਸਾਡਾ ਕਰਸਰ ਹੋਵੇਗਾ ਉਹ ਟੇਬਲ ਹੀ ਡਿਲੀਟ ਹੋਵੇਗਾ। ਆਓ ਇਸ ਟੇਬਲ ਨੂੰ ਵੀ ਡਿਲੀਟ ਕਰਕੇ ਦੇਖਦੇ ਹਾਂ। ਸਭ ਤੋਂ ਪਹਿਲਾਂ ਇਸ ਟੇਬਲ ਵਿੱਚ ਕਿਸੇ ਵੀ ਸੈੱਲ ਵਿੱਚ ਕਰਸਰ ਲੈ ਕੇ ਆਓ, ਫਿਰ ਲੇਆਊਟ ਟੈਬ ਵਿੱਚ ਜਾਓ, ਇਸ ਦੇ ਰੋਜ਼ ਅਤੇ ਕਾਲਮਸ ਗਰੁੱਪ ਵਿੱਚ ਡਿਲੀਟ ਟੇਬਲ ਨਾਮ ਦੀ ਆਪਸ਼ਨ ਉੱਪਰ ਕਲਿੱਕ ਕਰੋ। ਇਸ ਤਰ੍ਹਾਂ ਉਹ ਟੇਬਲ ਡਿਲੀਟ ਹੋ ਜਾਵੇਗਾ। ਇਸੇ ਤਰ੍ਹਾਂ ਅਸੀਂ ਕਿਸੇ ਰੋ ਜਾਂ ਕਾਲਮ ਨੂੰ ਵੀ ਡਿਲੀਟ ਕਰ ਸਕਦੇ ਹਾਂ। ਜਿਸ ਤਰ੍ਹਾਂ ਅਸੀਂ ਇਸ ਖਾਲੀ ਰੋ ਨੂੰ ਡਿਲੀਟ ਕਰਨਾ ਹੈ ਤਾਂ ਇਸ ਰੋ ਵਿੱਚ ਕਿਸੇ ਵੀ ਸੈੱਲ ਵਿੱਚ ਸਾਡਾ ਕਰਸਰ ਹੋਣਾ ਲਾਜ਼ਮੀ ਹੈ। ਰੋ ਵਿੱਚ ਕਰਸਰ ਲਿਆਉਣ ਤੋਂ ਬਾਅਦ ਲੇਆਊਟ ਟੈਬ ਉੱਪਰ ਕਲਿੱਕ ਕਰਨਾ ਹੈ ਅਤੇ ਡਿਲੀਟ ਰੋਜ਼ ਨਾਮ ਦੀ ਆਪਸ਼ਨ ਹੈ ਜੋ ਇਸ ਉੱਪਰ ਕਲਿੱਕ ਕਰਦੇ ਹੋਏ ਅਸੀਂ ਉਸ ਰੋ ਨੂੰ ਡਿਲੀਟ ਕਰ ਸਕਦੇ ਹਾਂ। ਇਸੇ ਤਰ੍ਹਾਂ ਜੇਕਰ ਇਸ ਕਾਲਮ ਨੂੰ ਅਸੀਂ ਡਿਲੀਟ ਕਰਨਾ ਚਾਹੁੰਦੇ ਹਾਂ ਤਾਂ ਡਿਲੀਟ ਬਟਨ ਉੱਪਰ ਕਲਿੱਕ ਕਰਦੇ ਹੋਏ ਡਿਲੀਟ ਕਾਲਮ ਨਾਮ ਦੀ ਆਪਸ਼ਨ ਵਰਤਦੇ ਹੋਏ ਅਸੀਂ ਇਸ ਕਾਲਮ ਨੂੰ ਡਿਲੀਟ ਕਰ ਸਕਦੇ ਹਾਂ। ਆਓ ਹੁਣ ਜੋ ਆਖਰੀ ਕਾਲਮ ਸੀ ਉਸ ਵਿੱਚ ਕੁਝ ਡਾਟਾ ਟਾਈਪ ਕਰਦੇ ਹੋਏ ਇਸ ਟੇਬਲ ਨੂੰ ਪੂਰਾ ਕਰਦੇ ਹਾਂ। ਅਸੀਂ ਆਖਰੀ ਕਾਲਮ ਦਾ ਨਾਮ ਰਿਜ਼ਲਟ ਸੈੱਟ ਕੀਤਾ ਹੈ ਜਿਸ ਵਿੱਚ ਅਸੀਂ ਵਿਦਿਆਰਥੀਆਂ ਦਾ ਰਿਜ਼ਲਟ ਪਾਸ ਜਾਂ ਫੇਲ ਦਰਸਾਉਣਾ ਹੈ। ਹੁਣ ਅਸੀਂ ਆਪਣਾ ਇਹ ਟੇਬਲ ਕੰਪਲੀਟ ਕਰ ਲਿਆ ਹੈ। ਜੋ ਇੱਕ ਨਵੀਂ ਰੋ ਜਾਂ ਇੱਕ ਨਵਾਂ ਕਾਲਮ ਬਣਾਇਆ ਸੀ ਉਸ ਵਿੱਚ ਵੀ ਅਸੀਂ ਡਾਟਾ ਦਾਖਲ ਕਰ ਚੁੱਕੇ ਹਾਂ। ਜੇਕਰ ਅਸੀਂ ਕਿਸੇ ਸੈੱਲ ਨੂੰ ਡਿਲੀਟ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਕਿਸ ਤਰ੍ਹਾਂ ਕਰਾਂਗੇ ਆਓ ਦੇਖਦੇ ਹਾਂ। ਮੰਨ ਲਓ ਅਸੀਂ ਇਸ ਸੈੱਲ ਨੂੰ ਜਿਸ ਵਿੱਚ ਮੋਹਨ ਸ਼ਰਮਾ ਟਾਈਪ ਕੀਤਾ ਹੋਇਆ ਹੈ ਇਸ ਸੈੱਲ ਨੂੰ ਡਿਲੀਟ ਕਰਨਾ ਚਾਹੁੰਦੇ ਹਾਂ ਤਾਂ ਕਿਵੇਂ ਕਰਾਂਗੇ ਦੇਖਦੇ ਹਾਂ। ਰੋਜ਼ ਅਤੇ ਕਾਲਮਸ ਗਰੁੱਪ ਵਿੱਚ ਡਿਲੀਟ ਬਟਨ ਵਿੱਚ ਸਭ ਤੋਂ ਪਹਿਲੀ ਕਮਾਂਡ ਹੈ ਡਿਲੀਟ ਸੈੱਲਸ। ਜਦੋਂ ਅਸੀਂ ਇਸ ਆਪਸ਼ਨ ਉੱਪਰ ਕਲਿੱਕ ਕਰਾਂਗੇ ਤਾਂ ਸਾਡੇ ਕੋਲ ਇੱਕ ਛੋਟਾ ਜਿਹਾ ਬਾਕਸ ਨਜ਼ਰ ਆਵੇਗਾ ਜਿਸ ਵਿੱਚ 4 ਆਪਸ਼ਨਸ ਹਨ। ਸ਼ਿਫਟ ਸੈੱਲਸ ਲੈਫਟ, ਜਿਸ ਦਾ ਅਰਥ ਇਹ ਹੋਇਆ ਕਿ ਜੇਕਰ ਅਸੀਂ ਇਸ ਸੈੱਲ ਨੂੰ ਡਿਲੀਟ ਕਰ ਦਿੰਦੇ ਹਾਂ ਤਾਂ ਇਹ ਸਾਰੇ ਸੈੱਲ ਇਸ ਦੇ ਲੈਫਟ ਸਾਈਡ ਵੱਲ ਸ਼ਿਫਟ ਹੋ ਜਾਣਗੇ। ਸ਼ਿਫਟ ਸੈੱਲਸ ਅਪ ਦੂਸਰੀ ਆਪਸ਼ਨ ਹੈ। ਜੇਕਰ ਅਸੀਂ ਇਸ ਸੈੱਲ ਉੱਪਰ ਕਲਿੱਕ ਕਰਕੇ ਓਕੇ ਕਰਦੇ ਹਾਂ ਤਾਂ ਇਸ ਸੈੱਲ ਨੂੰ ਡਿਲੀਟ ਕਰਨ ਤੋਂ ਬਾਅਦ ਨਿਚਲੇ ਸਾਰੇ ਸੈੱਲ ਇੱਕ ਸੈੱਲ ਉੱਪਰ ਵੱਲ ਨੂੰ ਸ਼ਿਫਟ ਹੋ ਜਾਣਗੇ। ਤੀਸਰੀ ਆਪਸ਼ਨ ਹੈ ਡਿਲੀਟ ਐਂਟਾਇਰ ਰੋ, ਇਸ ਨਾਲ ਸਾਡੀ ਇਹ ਪੂਰੀ ਰੋ ਹੀ ਡਿਲੀਟ ਹੋ ਜਾਵੇਗੀ। ਚੌਥੀ ਆਪਸ਼ਨ ਹੈ ਡਿਲੀਟ ਐਂਟਾਇਰ ਕਾਲਮ। ਜੇਕਰ ਅਸੀਂ ਇਹ ਆਪਸ਼ਨ ਚੂਜ਼ ਕਰਕੇ ਓਕੇ ਤੇ ਕਲਿੱਕ ਕਰਾਂਗੇ ਤਾਂ ਇਹ ਪੂਰਾ ਕਾਲਮ ਹੀ ਡਿਲੀਟ ਹੋ ਜਾਵੇਗਾ। ਇਸ ਲਈ ਕੇਵਲ ਇੱਕ ਸੈੱਲ ਨੂੰ ਡਿਲੀਟ ਕਰਨ ਲਈ ਜਾਂ ਤਾਂ ਸ਼ਿਫਟ ਸੈੱਲਸ ਲੈਫਟ ਆਪਸ਼ਨ ਵਰਤੀ ਜਾਵੇਗੀ ਜਾਂ ਸ਼ਿਫਟ ਸੈੱਲਸ ਅਪ। ਅਸੀਂ ਸ਼ਿਫਟ ਸੈੱਲਸ ਅਪ ਉੱਪਰ ਕਲਿੱਕ ਕਰਦੇ ਹੋਏ ਓਕੇ ਉੱਪਰ ਕਲਿੱਕ ਕਰਕੇ ਦੇਖਦੇ ਹਾਂ ਕੀ ਹੋਵੇਗਾ।
ਜਦੋਂ ਅਸੀਂ ਓਕੇ ਉੱਪਰ ਕਲਿੱਕ ਕੀਤਾ ਤਾਂ ਇਹ ਸਾਰੇ ਸੈੱਲ ਉੱਪਰ ਵੱਲ ਨੂੰ ਸ਼ਿਫਟ ਹੋ ਗਏ ਅਤੇ ਨੀਚੇ ਇੱਕ ਖਾਲੀ ਸੈੱਲ ਬਣ ਗਿਆ। ਇਸ ਤਰ੍ਹਾਂ ਅਸੀਂ ਡਿਲੀਟ ਬਟਨ ਦੀ ਸਹਾਇਤਾ ਨਾਲ ਕਿਸੇ ਸੈੱਲ ਨੂੰ ਡਿਲੀਟ ਕਰ ਸਕਦੇ ਹਾਂ, ਕਾਲਮ, ਰੋ ਜਾਂ ਟੇਬਲ ਨੂੰ ਵੀ ਡਿਲੀਟ ਕਰ ਸਕਦੇ ਹਾਂ। ਜੇਕਰ ਅਸੀਂ ਸਿਰਫ ਕੰਟੈਂਟ ਨੂੰ ਹੀ ਡਿਲੀਟ ਕਰਨਾ ਹੈ, ਸੈੱਲ ਨੂੰ ਡਿਲੀਟ ਨਹੀਂ ਕਰਨਾ, ਤਾਂ ਸਿੰਪਲ ਡਾਟਾ ਸਿਲੈਕਟ ਕਰਕੇ ਉਸ ਸੈੱਲ ਵਿਚਲੀ ਵੈਲਿਊ ਸਿਲੈਕਟ ਕਰਕੇ ਅਸੀਂ ਕੀਬੋਰਡ ਤੋਂ ਡਿਲੀਟ ਬਟਨ ਦੀ ਵਰਤੋਂ ਨਾਲ ਉਸ ਸੈੱਲ ਵਿਚਲੇ ਕੰਟੈਂਟ ਨੂੰ ਡਿਲੀਟ ਕਰ ਸਕਦੇ ਹਾਂ। ਇਸ ਨਾਲ ਕੋਈ ਵੀ ਕੰਟੈਂਟ ਉੱਪਰ ਵੱਲ ਜਾਂ ਲੈਫਟ ਵੱਲ ਸ਼ਿਫਟ ਨਹੀਂ ਹੋਵੇਗਾ। ਅਸੀਂ ਦੁਬਾਰਾ ਤੋਂ ਇਸ ਵਿੱਚ ਕੁਝ ਡਾਟਾ ਲਿਖ ਦਿੰਦੇ ਹਾਂ। ਆਓ ਹੁਣ ਟੇਬਲ ਦੀਆਂ ਪ੍ਰੋਪਰਟੀਜ਼ ਨਾਲ ਸੰਬੰਧਿਤ ਕੁਝ ਆਪਸ਼ਨਾਂ ਬਾਰੇ ਜਾਣਕਾਰੀ ਹਾਸਲ ਕਰੀਏ। ਟੇਬਲ ਟੂਲਸ ਦੇ ਲੇਆਊਟ ਟੈਬ ਵਿੱਚ ਟੇਬਲ ਗਰੁੱਪ ਵਿੱਚ ਪ੍ਰੋਪਰਟੀਜ਼ ਨਾਮ ਦੀ ਆਪਸ਼ਨ ਮੌਜੂਦ ਹੁੰਦੀ ਹੈ। ਜਦੋਂ ਅਸੀਂ ਇਸ ਆਪਸ਼ਨ ਉੱਪਰ ਕਲਿੱਕ ਕਰਦੇ ਹਾਂ ਤਾਂ ਸਾਡੇ ਕੋਲ ਟੇਬਲ ਪ੍ਰੋਪਰਟੀਜ਼ ਨਾਮ ਦਾ ਇੱਕ ਬਾਕਸ ਖੁੱਲ੍ਹ ਜਾਵੇਗਾ। ਇਸ ਵਿੱਚ ਸਭ ਤੋਂ ਪਹਿਲਾ ਟੈਬ ਟੇਬਲ ਟੈਬ ਹੈ, ਜਿਸ ਦੀ ਵਰਤੋਂ ਨਾਲ ਅਸੀਂ ਟੇਬਲ ਦੀ ਅਲਾਈਨਮੈਂਟ ਨੂੰ ਸੈੱਟ ਕਰ ਸਕਦੇ ਹਾਂ। ਟੇਬਲ ਨੂੰ ਅਲਾਈਨ ਕਰਨ ਦੀਆਂ ਤਿੰਨ ਆਪਸ਼ਨਸ ਹਨ, ਲੈਫਟ, ਸੈਂਟਰ ਜਾਂ ਰਾਈਟ। ਜੇਕਰ ਅਸੀਂ ਸੈਂਟਰ ਆਪਸ਼ਨ ਉੱਪਰ ਕਲਿੱਕ ਕਰਕੇ ਓਕੇ ਕਰਦੇ ਹਾਂ ਤਾਂ ਸਾਡਾ ਇਹ ਟੇਬਲ ਸੈਂਟਰ ਵਿੱਚ ਆ ਜਾਵੇਗਾ। ਇਸੇ ਤਰ੍ਹਾਂ ਜੇਕਰ ਅਸੀਂ ਇਸ ਨੂੰ ਰਾਈਟ ਸਾਈਡ ਵੱਲ ਸੈੱਟ ਕਰਨਾ ਹੈ ਤਾਂ ਰਾਈਟ ਸਾਈਡ ਉੱਪਰ ਕਲਿੱਕ ਕਰਕੇ ਓਕੇ ਕਰ ਦੇਵਾਂਗੇ। ਤਾਂ ਇਸ ਤਰ੍ਹਾਂ ਟੇਬਲ ਦੀ ਅਲਾਈਨਮੈਂਟ ਲੈਫਟ, ਸੈਂਟਰ ਜਾਂ ਰਾਈਟ ਵੱਲ ਸੈੱਟ ਕਰਨ ਲਈ ਅਸੀਂ ਲੇਆਊਟ ਟੈਬ ਦੇ ਪ੍ਰੋਪਰਟੀਜ਼ ਬਟਨ ਦੀ ਵਰਤੋਂ ਕਰ ਸਕਦੇ ਹਾਂ। ਜੇਕਰ ਸਾਡੇ ਟੇਬਲ ਦੇ ਆਲੇ ਦੁਆਲੇ ਜਾਂ ਉੱਪਰ ਨੀਚੇ ਟੈਕਸਟ ਲਿਖਿਆ ਹੋਇਆ ਹੈ ਅਤੇ ਅਸੀਂ ਉਸ ਟੈਕਸਟ ਨੂੰ ਟੇਬਲ ਦੇ ਆਲੇ ਦੁਆਲੇ ਸੈੱਟ ਕਰਨਾ ਚਾਹੁੰਦੇ ਹਾਂ ਤਾਂ ਟੈਕਸਟ ਰੈਪਿੰਗ ਆਪਸ਼ਨ ਦੀ ਵਰਤੋਂ ਕਰ ਸਕਦੇ ਹਾਂ। ਜੇਕਰ ਅਸੀਂ ਟੈਕਸਟ ਰੈਪਿੰਗ ਵਿੱਚ ਅਰਾਊਂਡ ਆਪਸ਼ਨ ਉੱਪਰ ਕਲਿੱਕ ਕਰਕੇ ਓਕੇ ਕਰਾਂਗੇ ਤਾਂ ਜੋ ਟੈਕਸਟ ਹੋਵੇਗਾ, ਜੋ ਇਸ ਦੇ ਆਲੇ ਦੁਆਲੇ ਖਾਲੀ ਥਾਂ ਹੋਵੇਗੀ, ਉਸ ਵਿੱਚ ਐਡਜਸਟ ਹੋ ਜਾਵੇਗਾ। ਆਓ ਹੁਣ ਅਸੀਂ ਰੋ ਟੈਬ ਉੱਪਰ ਕਲਿੱਕ ਕਰਦੇ ਹਾਂ। ਰੋ ਟੈਬ ਦੀ ਸਹਾਇਤਾ ਨਾਲ ਅਸੀਂ ਮੌਜੂਦਾ ਰੋ ਜਿਸ ਵਿੱਚ ਸਾਡਾ ਕਰਸਰ ਹੈ ਉਸ ਦੀ ਹਾਈਟ ਨੂੰ ਐਡਜਸਟ ਕਰ ਸਕਦੇ ਹਾਂ। ਜਿਵੇਂ ਕਿ ਅਸੀਂ ਪਹਿਲਾਂ ਟੇਬਲ ਦੇ ਰੋ ਦੇ ਜਾਂ ਕਾਲਮ ਦੇ ਬਾਰਡਰ ਉੱਪਰ ਆ ਕੇ ਜਦੋਂ ਡਬਲ ਐਰੋ ਬਣ ਜਾਂਦਾ ਸੀ, ਉਸ ਨੂੰ ਕਲਿੱਕ ਤੇ ਡਰੈਗ ਕਰਦੇ ਹੋਏ ਰੋ ਦੀ ਹਾਈਟ ਨੂੰ ਜਾਂ ਕਾਲਮ ਦੀ ਵਿਡਥ ਨੂੰ ਅਸੀਂ ਬਦਲ ਸਕਦੇ ਸੀ। ਉਹੀ ਕੰਮ ਅਸੀਂ ਟੇਬਲ ਪ੍ਰੋਪਰਟੀਜ਼ ਵਿੱਚ ਜਾ ਕੇ ਰੋ ਜਾਂ ਕਾਲਮ ਟੈਬ ਦੀ ਵਰਤੋਂ ਨਾਲ ਰੋ ਦੀ ਹਾਈਟ ਨੂੰ ਜਾਂ ਕਾਲਮ ਦੀ ਵਿਡਥ ਨੂੰ ਬਦਲ ਸਕਦੇ ਹਾਂ। ਆਓ ਰੋ ਦੀ ਹਾਈਟ ਬਦਲ ਕੇ ਦੇਖਦੇ ਹਾਂ। ਰੋ ਦੀ ਹਾਈਟ ਬਦਲਣ ਲਈ ਸਪੈਸੀਫਾਈ ਹਾਈਟ ਨਾਮ ਦੇ ਚੈੱਕ ਬਾਕਸ ਉੱਪਰ ਕਲਿੱਕ ਕਰਨਾ ਹੈ। ਫਿਰ ਜਿੰਨੀ ਹਾਈਟ ਅਸੀਂ ਸੈੱਟ ਕਰਨਾ ਚਾਹੁੰਦੇ ਹਾਂ ਉਹ ਸੈੱਟ ਕਰਾਂਗੇ। ਇਹ ਜੋ ਹਾਈਟ ਹੈ ਸੈਂਟੀਮੀਟਰਾਂ ਵਿੱਚ ਸੈੱਟ ਕੀਤੀ ਜਾਵੇਗੀ। ਓਕੇ ਬਟਨ ਉੱਪਰ ਕਲਿੱਕ ਕਰਨ ਨਾਲ ਜੋ ਕਰੰਟ ਰੋ ਸੀ ਜਿਸ ਵਿੱਚ ਸਾਡਾ ਕਰਸਰ ਸੀ ਉਹਦੀ ਹਾਈਟ 1.5 ਸੈਂਟੀਮੀਟਰ ਸੈੱਟ ਹੋ ਚੁੱਕੀ ਹੈ। ਜੇਕਰ ਅਸੀਂ ਸਾਰੀਆਂ ਰੋਜ਼ ਦੀ ਹਾਈਟ ਹੀ ਸੈੱਟ ਕਰਨੀ ਹੈ ਤਾਂ ਅਸੀਂ ਸਾਰੀਆਂ ਰੋਜ਼ ਨੂੰ ਕਲਿੱਕ ਅਤੇ ਡਰੈਗ ਕਰਦੇ ਹੋਏ ਸਿਲੈਕਟ ਕਰ ਲਵਾਂਗੇ। ਫਿਰ ਪ੍ਰੋਪਰਟੀਜ਼ ਬਟਨ ਉੱਪਰ ਕਲਿੱਕ ਕਰਾਂਗੇ। ਇਸ ਤੇ ਰੋ ਟੈਬ ਵਿੱਚ ਫਿਰ ਸਪੈਸੀਫਾਈ ਹਾਈਟ ਉੱਪਰ ਕਲਿੱਕ ਕਰਦੇ ਹੋਏ ਜਿੰਨੀ ਹਾਈਟ ਅਸੀਂ ਇਹਨਾਂ ਸਾਰੇ ਰੋਜ਼ ਦੀ ਸੈੱਟ ਕਰਨੀ ਹੈ ਉਨੀ ਹਾਈਟ ਮੈਂਸ਼ਨ ਕਰ ਦੇਵਾਂਗੇ। ਉਸ ਤੋਂ ਬਾਅਦ ਓਕੇ ਬਟਨ ਉੱਪਰ ਕਲਿੱਕ ਕਰਾਂਗੇ। ਸਾਰੀਆਂ ਰੋਜ਼ ਦੀ ਹਾਈਟ 1.5 ਸੈਂਟੀਮੀਟਰ ਸੈੱਟ ਹੋ ਚੁੱਕੀ ਹੈ। ਇਸੇ ਤਰ੍ਹਾਂ ਜੇਕਰ ਅਸੀਂ ਸਾਰੇ ਕਾਲਮਾਂ ਦੀ ਵਿਡਥ ਵੀ ਇੱਕੋ ਜਿੰਨੀ ਸੈੱਟ ਕਰਨੀ ਹੈ ਤਾਂ ਵੀ ਅਸੀਂ ਪ੍ਰੋਪਰਟੀਜ਼ ਬਟਨ ਉੱਪਰ ਕਲਿੱਕ ਕਰਦੇ ਹੋਏ ਕਾਲਮ ਟੈਬ ਵਿੱਚ ਜਾ ਕੇ ਪ੍ਰੈਫਰਡ ਵਿਡਥ ਉੱਪਰ ਕਲਿੱਕ ਕਰਦੇ ਹੋਏ ਜਿੰਨੀ ਚੌੜਾਈ ਸੈੱਟ ਕਰਨਾ ਚਾਹੁੰਦੇ ਹਾਂ ਉਨੀ ਚੌੜਾਈ ਸੈੱਟ ਕਰ ਸਕਦੇ ਹਾਂ। ਉਸ ਤੋਂ ਬਾਅਦ ਓਕੇ ਬਟਨ ਤੇ ਕਲਿੱਕ ਕਰਾਂਗੇ ਤਾਂ ਸਾਰੇ ਕਾਲਮਾਂ ਦੀ ਚੌੜਾਈ 3-3 ਸੈਂਟੀਮੀਟਰ ਸੈੱਟ ਹੋ ਚੁੱਕੀ ਹੈ। ਰੋ ਅਤੇ ਕਾਲਮਾਂ ਦੀ ਹਾਈਟ ਅਤੇ ਵਿਡਥ ਬਦਲਣ ਲਈ ਅਸੀਂ ਲੇਆਊਟ ਟੈਬ ਦੇ ਸੈੱਲ ਸਾਈਜ਼ ਗਰੁੱਪ ਵਿੱਚ ਵੀ ਹਾਈਟ ਅਤੇ ਵਿਡਥ ਨੂੰ ਐਡਜਸਟ ਕਰ ਸਕਦੇ ਹਾਂ। ਜਿਵੇਂ ਕਿ ਤੁਸੀਂ ਇੱਥੇ ਦੇਖ ਰਹੇ ਹੋ, ਹਾਈਟ 1.5 ਸੈਂਟੀਮੀਟਰ ਹੈ ਅਤੇ ਵਿਡਥ 3 ਸੈਂਟੀਮੀਟਰ ਹੈ। ਜੇਕਰ ਅਸੀਂ ਇਸ ਵਿਡਥ ਨੂੰ ਵਧਾਉਣਾ ਚਾਹੁੰਦੇ ਹਾਂ ਤਾਂ ਇਸ ਉੱਪਰ ਕਲਿੱਕ ਕਰਦੇ ਹੋਏ ਵੀ ਅਸੀਂ ਵਿਡਥ ਨੂੰ ਵਧਾ ਸਕਦੇ ਹਾਂ। ਇਸੇ ਤਰ੍ਹਾਂ ਜੇਕਰ ਹਾਈਟ ਨੂੰ ਐਡਜਸਟ ਕਰਨਾ ਹੈ ਤਾਂ ਅਸੀਂ ਇੱਥੋਂ ਹਾਈਟ ਨੂੰ ਵੀ ਐਡਜਸਟ ਕਰ ਸਕਦੇ ਹਾਂ।
आओ कॉलमां की चौड़ाई थोड़ी जी घटा लेंदे हाँ, 3.5 सेंटीमीटर सैट कर दी। जेकर असी इन्हां सैल्लां विच लिखे कंटेंट्स नूं सैल दे अकॉर्डिंग अलाइन करना है तां लेआउट दे अलाइनमेंट ग्रुप विच साडे कोल सैल विचले डाटा नूं अलाइन करन दियां ਇਹ 9 ऑप्शनस मौजूद हैं। इस नाल सारे कंटेंट अपने अपने सैल दे सेंटर विच आ जाणगे। इस नाल सारे कंटेंट सैल दे टॉप राइट कॉर्नर विच चले जाणगे। जिस तरह की यह पोजीशन दर्शाई गई है ठीक उस तरह ही सैल दे कंटेंट उस डायरैक्शन विच अलाइन हो जाणगे। जेकर असी हॉरिजेंटली लैफ्ट वल और वर्टिकली सेंटर अलाइनमेंट करनी है तो असी इस ऑप्शन उपर क्लिक करते हुए यह अलाइनमेंट सैट कर सकते हैं। आओ हुण टेबल्स नाल संबंधित अगला टॉपिक देखते हैं। आओ हुण असी उपर खाली जो टेबल है उस उपर कुछ एक्सपैरीमेंट्स करके देखते हैं। अगला टॉपिक है साडा मर्ज सैल्स अते स्प्लिट सैल्स। मर्ज का अर्थ हुंदा है इकट्ठा करना। तो जदों असी दो या दो तो वध सैलों नूं इकट्ठा करके मर्ज करके एक सैल बनाउणा है तो उस काम लई असी लेआउट टैब दे मर्ज ग्रुप विच मर्ज सैल्स ऑप्शन की वरतों करांगे। हजे यह ऑप्शन डिसेबल है। क्यों? क्योंकि मर्ज सैल करन लई सानूं सब तो पहला दो या दो तो वध सैलों नूं सिलैक्ट करना पवेगा। उस तो बाद यह कमांड एक्टिव होवेगी। असी जिन्ने सैलों नूं मर्ज करना है उन्ने सैल सिलैक्ट कर लेंदे हाँ। मान लो असी इन्हां 4 सैलों नूं कंबाइन करके एक सैल बनाउणा सी तो इन्हां 4 सैलों नूं सिलैक्ट किया। हुण यह कमांड है जो एक्टिव हो चुकी है। पहला यह कमांड डिसेबल सी क्योंकि असी कोई भी सैल सिलैक्ट नहीं किया होया सी। तो हुण मर्ज सैल्स उपर क्लिक करन सार यह 4 सैलों नूं कंबाइन करके एक सैल बना दिता गया है। इस तरह स्प्लिट सैल की ऑप्शन नाल असी किसी सैल नूं कई सैलों विच वंड सकते हैं। जिस सैल नूं असी स्प्लिट करना चाहते हाँ सब तो पहला करसर नूं उस सैल विच लैके आवांगे, फिर स्प्लिट सैल्स उपर क्लिक करांगे। स्प्लिट का अर्थ होंदा है तोड़ना। स्प्लिट का अर्थ होंदा है तोड़ना। तो इस तरह इस कमांड की वरतों नाल असी एक सैल नूं कई सैलों विच तोड़ सकते हैं। हुण इस सैल नूं किन्ने सैलों विच तोड़ना है उस लई सानूं कॉलम अते रोज़ डिफाइन करने पैणगे। जेकर असी 2 कॉलम अते 2 रोज़ भाव 4 सैलों विच इस सैल नूं वंडना है तो कॉलम की गिनती भी 2 सैट करांगे अते रोज़ की गिनती भी 2 सैट करांगे। तो इस सैल विच 4 नवे सैल बन जाणगे। इस सैल विच 4 नवे सैल बन चुके हैं, 2 रोज़ अते 2 कॉलम। तो असीं अपनी जरूरत अनुसार किसी सैल नूं एक तो वध सैलों विच वंड सकते हाँ अते इस तरह कई सैलों नूं मर्ज करके एक सैल विच भी तब्दील कर सकते हैं। आओ हुण स्प्लिट टेबल ऑप्शन की वरतों करनी सीखते हैं। जेकर असी किसी टेबल नूं स्प्लिट करके 2 टेबलों विच तब्दील करना है तो असी स्प्लिट टेबल की वरतों करते हुए यह काम कर सकते हाँ। सब तो पहला करसर नूं उस रो उपर लैके आओ जिथों असी उस टेबल नूं स्प्लिट करना है अते एक अलग टेबल बनाउणा है। मान लो असी इस रो तो एक नवा टेबल बनाउणा है तो असी इस रो उपर क्लिक किया अते स्प्लिट टेबल उपर क्लिक करांगे। इस तरह जिस रो उपर साडा करसर सी उत्थों एक अलग टेबल बन चुका है अते उपर वाला टेबल अलग हो चुका है। आओ हुण असी अगला टॉपिक मेल मर्ज शुरू करते हैं। मेल मर्ज लई असी सब तो पहला इस डॉक्यूमेंट विच जो टेबल्स बनाए हैं या जो भी असी काम किया है उसनूं डिलीट करते हैं। टेबल डिलीट करने लई डिलीट इस डॉक्यूमेंट विच असी सारे टेबल्स नूं डिलीट करके इस डॉक्यूमेंट नूं खाली कर लिया है। आओ हुण असी मेल मर्ज की वरतों किवें कर सकते हैं उस संबंधी प्रैक्टिकल करके देखते हैं। मेल मर्ज की है सब तो पहला असी इस कंसैप्ट नूं समझांगे।
ਮੇਲ ਮਰਜ MS ਵਰਡ ਦੀ ਇੱਕ ਬਹੁਤ ਹੀ ਮਹੱਤਵਪੂਰਨ ਆਪਸ਼ਨ ਹੈ, ਜਿਸ ਦੀ ਸਹਾਇਤਾ ਨਾਲ ਇੱਕ ਸਾਂਝਾ ਡਾਕੂਮੈਂਟ, ਇੱਕ ਸਾਂਝੀ ਸੂਚਨਾ ਕਈ ਵੱਖ-ਵੱਖ ਐਡਰੈਸਾਂ ਉੱਪਰ ਭੇਜੀ ਜਾ ਸਕਦੀ ਹੈ। ਇਸ ਆਪਸ਼ਨ ਦੀ ਵਰਤੋਂ ਲਈ ਸਾਨੂੰ ਦੋ ਫਾਈਲਾਂ ਤਿਆਰ ਕਰਨੀਆਂ ਪੈਂਦੀਆਂ ਹਨ। ਇੱਕ ਹੈ ਡਾਟਾ ਸੋਰਸ ਅਤੇ ਦੂਸਰੀ ਹੈ ਮੁੱਖ ਡਾਕੂਮੈਂਟ। ਡਾਟਾ ਸੋਰਸ ਵਿੱਚ ਉਹਨਾਂ ਸਾਰੇ ਵਿਅਕਤੀਆਂ ਦੇ ਨਾਮ ਅਤੇ ਪਤੇ ਲਿਖੇ ਜਾਂਦੇ ਹਨ ਜਿਨ੍ਹਾਂ ਨੂੰ ਅਸੀਂ ਮੇਲ ਜਾਂ ਚਿੱਠੀ ਭੇਜਣਾ ਚਾਹੁੰਦੇ ਹਾਂ। ਫਿਰ ਦੂਸਰੀ ਫਾਈਲ ਮੁੱਖ ਡਾਕੂਮੈਂਟ ਤਿਆਰ ਕਰਾਂਗੇ, ਜਿਸ ਵਿੱਚ ਸਾਰਿਆਂ ਨੂੰ ਭੇਜੀ ਜਾਣ ਵਾਲੀ ਸਾਂਝੀ ਸੂਚਨਾ ਸਟੋਰ ਕੀਤੀ ਜਾਵੇਗੀ। ਫਿਰ ਮੇਲ ਮਰਜ ਕਮਾਂਡ ਦੀ ਸਹਾਇਤਾ ਨਾਲ ਡਾਟਾ ਸੋਰਸ ਅਤੇ ਮੁੱਖ ਡਾਕੂਮੈਂਟ ਦੀ ਸਹਾਇਤਾ ਨਾਲ ਅਸੀਂ ਵੱਖਰੇ ਵੱਖਰੇ ਚਿੱਠੀ ਪੱਤਰ ਵੱਖ-ਵੱਖ ਪਤਿਆਂ ਲਈ ਤਿਆਰ ਕਰ ਸਕਦੇ ਹਾਂ। ਮੇਲ ਮਰਜ ਕਮਾਂਡ ਨੇ ਆਪਣੇ ਆਪ ਡਾਟਾ ਸੋਰਸ ਵਿੱਚੋਂ ਪਹਿਲਾ ਐਡਰੈਸ ਚੁੱਕਣਾ ਹੈ ਅਤੇ ਮੁੱਖ ਡਾਕੂਮੈਂਟ ਵਿੱਚ ਸਟੋਰ ਕੀਤੀ ਗਈ ਸਾਂਝੀ ਸੂਚਨਾ ਨਾਲ ਕੰਬਾਈਨ ਕਰਕੇ ਇੱਕ ਪੱਤਰ ਬਣਾ ਦੇਣਾ ਹੈ। ਫਿਰ ਉਸਨੇ ਦੂਸਰਾ ਐਡਰੈਸ ਚੁੱਕਣਾ ਹੈ ਅਤੇ ਸਾਂਝੀ ਸੂਚਨਾ ਨਾਲ ਕੰਬਾਈਨ ਕਰਕੇ ਦੂਸਰਾ ਪੱਤਰ ਬਣਾ ਦੇਣਾ ਹੈ। ਇਸ ਤਰ੍ਹਾਂ ਮੇਲ ਮਰਜ ਨੇ ਸਾਰੇ ਐਡਰੈਸਾਂ ਨੂੰ 1 ਬਾਏ 1 ਸਾਂਝੀ ਸੂਚਨਾ ਨਾਲ ਕੰਬਾਈਨ ਕਰਦੇ ਹੋਏ ਵੱਖ-ਵੱਖ ਲੈਟਰ ਤਿਆਰ ਕਰਦੇ ਹਨ ਅਤੇ ਇਹ ਡਾਕੂਮੈਂਟ ਜਿਸ ਵਿੱਚ ਇਹ ਸਾਰੇ ਵੱਖ-ਵੱਖ ਲੈਟਰ ਸਟੋਰ ਕੀਤੇ ਜਾਂਦੇ ਹਨ ਉਸ ਨੂੰ ਮਰਜਡ ਡਾਕੂਮੈਂਟ ਕਿਹਾ ਜਾਂਦਾ ਹੈ। ਆਓ ਹੁਣ ਦੇਖਦੇ ਹਾਂ ਮੇਲ ਮਰਜ ਆਪਸ਼ਨ ਦੀ ਵਰਤੋਂ ਕਰਦੇ ਹੋਏ ਅਸੀਂ ਵੱਖ-ਵੱਖ ਐਡਰੈਸਾਂ ਲਈ ਵੱਖ-ਵੱਖ ਪੱਤਰ ਜਿਨ੍ਹਾਂ ਵਿੱਚ ਸਾਂਝੀ ਸੂਚਨਾ ਸਟੋਰ ਹੁੰਦੀ ਹੈ ਕਿਵੇਂ ਤਿਆਰ ਕਰ ਸਕਦੇ ਹਾਂ। ਪ੍ਰੈਕਟੀਕਲ ਕਰਦੇ ਹੋਏ ਇਹ ਜਾਣਕਾਰੀ ਹਾਸਲ ਕਰਾਂਗੇ। ਮੇਲ ਮਰਜ ਦੀ ਆਪਸ਼ਨ ਲਈ ਅਸੀਂ MS ਵਰਡ ਦੇ ਮੇਲਿੰਗਸ ਟੈਬ ਵਿੱਚ ਕਲਿੱਕ ਕਰਾਂਗੇ। ਮੇਲਿੰਗ ਟੈਬ ਵਿੱਚ ਸਟਾਰਟ ਮੇਲ ਮਰਜ ਨਾਮ ਦੀ ਆਪਸ਼ਨ ਹੁੰਦੀ ਹੈ। ਇਸ ਵਿੱਚ ਸਭ ਤੋਂ ਨਿਚਲੇ ਪਾਸੇ ਸਟੈਪ ਬਾਏ ਸਟੈਪ ਮੇਲ ਮਰਜ ਵਿਜ਼ਾਰਡ ਨਾਮ ਦੀ ਆਪਸ਼ਨ ਉੱਪਰ ਕਲਿੱਕ ਕਰਕੇ ਅਸੀਂ ਮੇਲ ਮਰਜ ਦੇ ਪ੍ਰੋਸੈਸ ਨੂੰ ਸ਼ੁਰੂ ਕਰ ਸਕਦੇ ਹਾਂ। ਮੇਲ ਮਰਜ ਦਾ ਕੰਮ ਕਰਨ ਲਈ ਜੋ ਵਿਜ਼ਾਰਡ ਓਪਨ ਹੁੰਦਾ ਹੈ ਉਸ ਦੇ 6 ਸਟੈਪ ਹੁੰਦੇ ਹਨ। ਸਭ ਤੋਂ ਪਹਿਲੇ ਸਟੈਪ ਵਿੱਚ ਸਾਡੇ ਤੋਂ ਪੁੱਛਿਆ ਜਾ ਰਿਹਾ ਹੈ what type of document are you working on? ਤੁਸੀਂ ਕਿਸ ਤਰ੍ਹਾਂ ਦੇ ਡਾਕੂਮੈਂਟ ਉੱਪਰ ਕੰਮ ਕਰ ਰਹੇ ਹੋ। ਅਸੀਂ ਇੱਕ ਅਜਿਹਾ ਸਾਂਝਾ ਪੱਤਰ ਤਿਆਰ ਕਰਨਾ ਚਾਹੁੰਦੇ ਹਾਂ ਜੋ ਵੱਖ-ਵੱਖ ਐਡਰੈਸਾਂ ਉੱਪਰ ਭੇਜਿਆ ਜਾਣਾ ਹੈ। ਉਦਾਹਰਨ ਲਈ ਸਾਡੇ ਸਕੂਲ ਵਿੱਚ ਜਿੰਨੇ ਵਿਦਿਆਰਥੀ ਪੜ੍ਹਦੇ ਹਨ ਅਸੀਂ ਉਹਨਾਂ ਸਾਰਿਆਂ ਦੇ ਪੇਰੈਂਟਸ ਨੂੰ ਸਕੂਲ ਵਿਖੇ ਕਿਸੇ ਫੰਕਸ਼ਨ ਉੱਪਰ ਇਨਵਾਈਟ ਕਰਨ ਲਈ ਇੱਕ ਸਾਂਝਾ ਪੱਤਰ ਭੇਜਣਾ ਹੈ। ਤਾਂ ਅਸੀਂ ਮੇਲ ਮਰਜ ਦੀ ਵਰਤੋਂ ਕਰਦੇ ਹੋਏ ਵੱਖ-ਵੱਖ ਐਡਰੈਸਾਂ ਲਈ ਇਹ ਪੱਤਰ ਤਿਆਰ ਕਰ ਸਕਦੇ ਹਾਂ। ਸਭ ਤੋਂ ਪਹਿਲੇ ਸਟੈਪ ਵਿੱਚ ਅਸੀਂ ਲੈਟਰਜ਼ ਆਪਸ਼ਨ ਦੀ ਚੋਣ ਕਰਾਂਗੇ। ਫਿਰ ਨਿਚਲੇ ਪਾਸੇ ਨੈਕਸਟ ਲਿੰਕ ਹੈ ਜਿਸ ਉੱਪਰ ਕਲਿੱਕ ਕਰਦੇ ਹੋਏ ਅਸੀਂ ਦੂਸਰੇ ਸਟੈਪ ਉੱਪਰ ਆ ਜਾਵਾਂਗੇ। ਉਸ ਤੋਂ ਬਾਅਦ ਇਹ ਪੁੱਛ ਰਿਹਾ ਹੈ ਹਾਊ ਡੂ ਯੂ ਵਾਂਟ ਟੂ ਸੈਟ ਅਪ ਯੂਅਰ ਲੈਟਰ? ਤੁਸੀਂ ਆਪਣਾ ਲੈਟਰ ਕਿਸ ਤਰ੍ਹਾਂ ਸੈਟਅਪ ਕਰਨਾ ਚਾਹੁੰਦੇ ਹੋ, ਜਿਸ ਲਈ ਸਾਨੂੰ 3 ਆਪਸ਼ਨਾਂ ਦਿੱਤੀਆਂ ਗਈਆਂ ਹਨ। ਯੂਜ਼ ਦ ਕਰੰਟ ਡਾਕੂਮੈਂਟ, ਸਟਾਰਟ ਫਰੋਮ ਏ ਟੈਂਪਲੇਟ, ਸਟਾਰਟ ਫਰੋਮ ਐਗਜ਼ਿਸਟਿੰਗ ਡਾਕੂਮੈਂਟ। ਜੇਕਰ ਅਸੀਂ ਪਹਿਲੀ ਆਪਸ਼ਨ ਉੱਪਰ ਹੀ ਟਿਕ ਰਹਿਣ ਦਿੰਦੇ ਹਾਂ ਤਾਂ ਅਸੀਂ ਸਾਰਿਆਂ ਨੂੰ ਭੇਜੀ ਜਾਣ ਵਾਲੀ ਸਾਂਝੀ ਸੂਚਨਾ ਇਸ ਕਰੰਟ ਡਾਕੂਮੈਂਟ ਵਿੱਚ ਹੀ ਤਿਆਰ ਕਰਾਂਗੇ। ਜੇਕਰ ਪਹਿਲਾਂ ਤੋਂ ਕੋਈ ਟੈਂਪਲੇਟ ਜਾਂ ਡਾਕੂਮੈਂਟ ਬਣਿਆ ਹੋਇਆ ਹੈ ਉਸ ਦੀ ਵਰਤੋਂ ਕਰਨੀ ਹੈ ਤਾਂ ਅਸੀਂ ਨਿਚਲੀਆਂ 2 ਆਪਸ਼ਨਾਂ ਦੀ ਵਰਤੋਂ ਕਰਦੇ ਹੋਏ ਉਹ ਡਾਕੂਮੈਂਟ ਵਰਤ ਸਕਾਂਗੇ। ਪਰੰਤੂ ਅਸੀਂ ਆਪਣੀ ਇਸ ਪ੍ਰੈਕਟੀਕਲ ਵਿੱਚ ਕਰੰਟ ਡਾਕੂਮੈਂਟ ਵਿੱਚ ਹੀ ਇੱਕ ਸਾਂਝੀ ਸੂਚਨਾ ਤਿਆਰ ਕਰਾਂਗੇ ਜੋ ਸਾਰੇ ਬੱਚਿਆਂ ਦੇ ਪੇਰੈਂਟਸ ਨੂੰ ਫੰਕਸ਼ਨ ਉੱਪਰ ਇਨਵਾਈਟ ਕਰਨ ਲਈ ਭੇਜੀ ਜਾਵੇਗੀ। ਇਸ ਵਿੱਚ ਯੂਜ਼ ਦ ਕਰੰਟ ਡਾਕੂਮੈਂਟ ਉੱਪਰ ਕਲਿੱਕ ਕਰਨ ਤੋਂ ਬਾਅਦ ਅਸੀਂ ਨੈਕਸਟ ਲਿੰਕ ਉੱਪਰ ਕਲਿੱਕ ਕਰਾਂਗੇ। ਹੁਣ ਤੀਸਰਾ ਸਟੈਪ ਜਿਸ ਵਿੱਚ ਸਾਡੇ ਤੋਂ ਰੈਸੀਪੀਐਂਟਸ ਅਰਥਾਤ ਪ੍ਰਾਪਤਕਰਤਾਵਾਂ ਦੀ ਸੂਚੀ ਤਿਆਰ ਕਰਨ ਲਈ ਕਿਹਾ ਗਿਆ ਹੈ। ਪ੍ਰਾਪਤਕਰਤਾ ਉਹ ਵਿਅਕਤੀਆਂ ਦੇ ਐਡਰੈਸ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਇਹ ਡਾਕੂਮੈਂਟ ਭੇਜਣਾ ਹੈ। ਸਾਡੀ ਇਸ ਉਦਾਹਰਣ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਦੇ ਜੋ ਐਡਰੈਸ ਹਨ ਉਹਨਾਂ ਨੂੰ ਇਸ ਲਿਸਟ ਵਿੱਚ ਐਡ ਕੀਤਾ ਜਾਵੇਗਾ। ਇਸ ਕੰਮ ਲਈ ਵੀ ਸਾਡੇ ਕੋਲ 3 ਆਪਸ਼ਨਾਂ ਹਨ।
यूज़ एन एग्जिस्टिंग लिस्ट, कोई मौजूदा लिस्ट ਨੂੰ यूज़ करना है, ਜਾਂ ਆਊਟਲੁੱਕ ਵਿੱਚ, ਆਊਟਲੁੱਕ ਇੱਕ ਸੌਫਟਵੇਅਰ ਹੁੰਦਾ ਹੈ ਕੰਪਿਊਟਰ ਵਿੱਚ, ਜੇਕਰ ਉਸ ਵਿੱਚ ਕੰਟੈਕਟ ਸਟੋਰ ਹਨ ਤਾਂ ਅਸੀਂ ਉਸ ਦੀ ਵਰਤੋਂ ਵੀ ਕਰ ਸਕਦੇ ਹਾਂ। ਜਾਂ ਤੀਸਰੀ ਆਪਸ਼ਨ ਹੈ ਟਾਈਪ ਏ ਨਿਊ ਲਿਸਟ, ਇੱਕ ਨਵੀਂ ਲਿਸਟ ਬਣਾਉਣੀ ਹੈ। ਅਸੀਂ ਆਪਣੀ ਇਸ ਐਗਜ਼ਾਮਪਲ ਵਿੱਚ ਇੱਕ ਨਵੀਂ ਲਿਸਟ ਵਿਦਿਆਰਥੀਆਂ ਦੇ ਮਾਪਿਆਂ ਦੇ ਐਡਰੈਸ ਸਟੋਰ ਕਰਵਾਉਣ ਲਈ ਤਿਆਰ ਕਰਾਂਗੇ। ਜਦੋਂ ਅਸੀਂ ਟਾਈਪ ਏ ਨਿਊ ਲਿਸਟ ਉੱਪਰ ਕਲਿੱਕ ਕਰਾਂਗੇ ਤਾਂ ਨਿਚਲੇ ਪਾਸੇ ਕ੍ਰੀਏਟ ਨਾਮ ਦਾ ਇੱਕ ਲਿੰਕ ਨਜ਼ਰ ਆਵੇਗਾ। ਜਦੋਂ ਅਸੀਂ ਇਸ ਲਿੰਕ ਉੱਪਰ ਕਲਿੱਕ ਕਰਾਂਗੇ ਤਾਂ ਨਵੇਂ ਐਡਰੈਸ ਐਡ ਕਰਨ ਲਈ ਇੱਕ ਬਾਕਸ ਖੁੱਲ੍ਹੇਗਾ। ਇਸ ਵਿੱਚ ਵੱਖ-ਵੱਖ ਕਾਲਮ ਅਤੇ ਉਹਨਾਂ ਵਿੱਚ ਡਾਟਾ ਭਰਨ ਲਈ ਸੈੱਲ ਮੌਜੂਦ ਹਨ। ਸਭ ਤੋਂ ਪਹਿਲਾਂ ਅਸੀਂ ਉਹ ਕਾਲਮ ਡਿਸਾਈਡ ਕਰਾਂਗੇ ਜੋ ਸਾਨੂੰ ਮੇਲ ਮਰਜ ਲਈ ਚਾਹੀਦੇ ਹਨ। ਕਾਲਮਸ ਨੂੰ ਸੈੱਟ ਕਰਨ ਲਈ ਇਸ ਵਿੱਚ ਕਸਟਮਾਈਜ਼ ਕਾਲਮਸ ਨਾਮ ਦਾ ਇੱਕ ਬਟਨ ਬਣਿਆ ਹੋਇਆ ਹੈ। ਇਸ ਉੱਪਰ ਕਲਿੱਕ ਕਰਾਂਗੇ ਅਤੇ ਵੱਖ-ਵੱਖ ਕਾਲਮਾਂ ਦੇ ਨਾਮ ਜਾਂ ਫੀਲਡ ਨੇਮ ਸਾਨੂੰ ਨਜ਼ਰ ਆਉਣਗੇ। ਸਭ ਤੋਂ ਪਹਿਲਾ ਹੈ ਟਾਈਟਲ, ਫਿਰ ਫਸਟ ਨੇਮ, ਲਾਸਟ ਨੇਮ, ਕੰਪਨੀ ਨੇਮ, ਐਡਰੈਸ ਨੇਮ। ਸਾਨੂੰ ਜਿਹੜੇ ਕਾਲਮਾਂ ਦੀ ਜ਼ਰੂਰਤ ਹੈ ਅਸੀਂ ਕੇਵਲ ਉਹੀ ਕਾਲਮ ਰੱਖਾਂਗੇ, ਬਾਕੀ ਕਾਲਮ ਅਸੀਂ ਮਿਟਾ ਦੇਵਾਂਗੇ। ਟਾਈਟਲ ਸ਼੍ਰੀ ਜਾਂ ਸ਼੍ਰੀਮਤੀ ਵਗੈਰਾ ਲਿਖਣ ਲਈ ਵਰਤਿਆ ਜਾ ਸਕਦਾ ਹੈ। ਫਸਟ ਨੇਮ ਅਤੇ ਲਾਸਟ ਨੇਮ ਵਿਦਿਆਰਥੀਆਂ ਦੇ ਮਾਪਿਆਂ ਦੇ ਨਾਮ ਲਿਖਣ ਲਈ ਵਰਤਿਆ ਜਾ ਸਕਦਾ ਹੈ। ਸਾਨੂੰ ਇਸ ਵਿੱਚ ਕੰਪਨੀ ਨੇਮ ਦੀ ਜ਼ਰੂਰਤ ਨਹੀਂ ਹੈ, ਇਸ ਲਈ ਅਸੀਂ ਇਸ ਕਾਲਮ ਨੂੰ ਡਿਲੀਟ ਕਰ ਦੇਵਾਂਗੇ। ਯੈਸ। ਉਸ ਤੋਂ ਬਾਅਦ ਪਹਿਲੀ ਐਡਰੈਸ ਲਾਈਨ, ਦੂਸਰੀ ਐਡਰੈਸ ਲਾਈਨ, ਸਿਟੀ, ਸਟੇਟ, ਜ਼ਿਪ ਕੋਡ। ਜ਼ਿਪ ਕੋਡ ਦਾ ਮਤਲਬ ਹੈ ਪਿੰਨ ਕੋਡ। ਫਿਰ ਹੈ ਕੰਟਰੀ, ਹੋਮ ਫੋਨ, ਵਰਕ ਫੋਨ, ਈਮੇਲ ਐਡਰੈਸ। ਸਾਨੂੰ ਇਹਨਾਂ 4 ਕਾਲਮਾਂ ਦੀ ਜ਼ਰੂਰਤ ਨਹੀਂ ਹੈ, ਇਹਨਾਂ ਨੂੰ ਵੀ ਅਸੀਂ ਡਿਲੀਟ ਕਰ ਦਿੰਦੇ ਹਾਂ। ਹੋਮ ਫੋਨ, ਵਰਕ ਫੋਨ ਅਤੇ ਈਮੇਲ ਐਡਰੈਸ। ਅਸੀਂ ਸਿਰਫ ਉਹੀ ਕਾਲਮ ਰੱਖੇ ਹਨ ਜੋ ਸਾਨੂੰ ਸਾਡੀ ਇਸ ਐਗਜ਼ਾਮਪਲ ਲਈ ਜ਼ਰੂਰੀ ਹਨ। ਕਾਲਮ ਸੈੱਟ ਕਰਨ ਤੋਂ ਬਾਅਦ ਓਕੇ ਬਟਨ ਉੱਪਰ ਕਲਿੱਕ ਕਰਨਾ ਹੈ। ਹੁਣ ਸਾਨੂੰ ਇਸ ਲਿਸਟ ਵਿੱਚ ਕੇਵਲ ਉਹੀ ਕਾਲਮ ਦਿਖਾਈ ਦੇਣਗੇ ਜੋ ਅਸੀਂ ਸੈੱਟ ਕੀਤੇ ਹਨ। ਸਭ ਤੋਂ ਪਹਿਲਾਂ ਅਸੀਂ ਸ਼੍ਰੀ ਟਾਈਟਲ ਸੈੱਟ ਕੀਤਾ, ਫਿਰ ਟੈਬ ਬਟਨ ਦੱਬਿਆ। ਵਿਦਿਆਰਥੀਆਂ ਦੇ ਮਾਪਿਆਂ ਦੇ ਨਾਮ ਅਸੀਂ ਇਸ ਵਿੱਚ ਸੈੱਟ ਕਰ ਰਹੇ ਹਾਂ। ਐਡਰੈਸ, ਟੈਬ ਦੱਬਦੇ ਹੋਏ ਅਸੀਂ ਅਗਲੇ ਸੈੱਲ ਵਿੱਚ ਜਾ ਕੇ ਡਾਟਾ ਟਾਈਪ ਕਰ ਸਕਦੇ ਹਾਂ, ਪੰਜਾਬ। ਉਸ ਤੋਂ ਬਾਅਦ ਨਵੀਂ ਐਂਟਰੀ ਕਰਨ ਲਈ, ਨਵਾਂ ਰਿਕਾਰਡ ਦਾਖਲ ਕਰਨ ਲਈ ਅਸੀਂ ਨਿਊ ਐਂਟਰੀ ਬਟਨ ਉੱਪਰ ਕਲਿੱਕ ਕਰਾਂਗੇ। ਇਸ ਨਾਲ ਸਾਡਾ ਪਹਿਲਾਂ ਵਾਲਾ ਰਿਕਾਰਡ ਸੇਵ ਹੋ ਚੁੱਕਿਆ ਹੈ ਅਤੇ ਨਵੀਂ ਐਂਟਰੀ ਸ਼ੁਰੂ ਹੋ ਚੁੱਕੀ ਹੈ। ਸ਼੍ਰੀ ਮਹੇਸ਼ ਲਾਸਟ ਸੈੱਲ ਵਿੱਚ ਟੈਬ ਕੀ ਪ੍ਰੈਸ ਕਰਨ ਨਾਲ ਵੀ ਸਾਡੇ ਕੋਲ ਇੱਕ ਨਵੀਂ ਐਂਟਰੀ ਸ਼ੁਰੂ ਹੋ ਜਾਵੇਗੀ। ਨਵੀਂ ਐਂਟਰੀ ਸ਼ੁਰੂ ਕਰਨ ਲਈ ਅਸੀਂ ਨਿਊ ਐਂਟਰੀ ਬਟਨ ਦੀ ਵੀ ਵਰਤੋਂ ਕਰ ਸਕਦੇ ਹਾਂ ਅਤੇ ਆਖਰੀ ਰੋ ਦੇ ਲਾਸਟ ਸੈੱਲ ਵਿੱਚ ਆ ਕੇ ਟੈਬ ਬਟਨ ਦਬਾ ਕੇ ਵੀ ਅਸੀਂ ਨਵੀਂ ਐਂਟਰੀ ਸਟਾਰਟ ਕਰ ਸਕਦੇ ਹਾਂ। ਐਗਜ਼ਾਮਪਲ ਲਈ ਅਸੀਂ ਫਿਲਹਾਲ 3 ਰਿਕਾਰਡ ਐਡ ਕਰ ਲਏ ਹਨ। ਅਸੀਂ ਇਸ ਡਾਟਾ ਸੋਰਸ ਵਿੱਚ ਕਿੰਨੇ ਮਰਜ਼ੀ ਰਿਕਾਰਡ ਦਾਖਲ ਕਰ ਸਕਦੇ ਹਾਂ। ਉਹਨਾਂ ਸਾਰੇ ਵਿਅਕਤੀਆਂ ਦੇ ਐਡਰੈਸ ਅਸੀਂ ਇਸ ਲਿਸਟ ਵਿੱਚ ਐਡ ਕਰਾਂਗੇ ਜਿਨ੍ਹਾਂ ਨੂੰ ਅਸੀਂ ਆਪਣਾ ਡਾਕੂਮੈਂਟ ਭੇਜਣਾ ਚਾਹੁੰਦੇ ਹਾਂ। ਸਾਰੇ ਐਡਰੈਸ ਟਾਈਪ ਕਰਨ ਤੋਂ ਬਾਅਦ ਅਸੀਂ ਓਕੇ ਬਟਨ ਉੱਪਰ ਕਲਿੱਕ ਕਰਾਂਗੇ। ਆਪਣੀ ਇਸ ਉਦਾਹਰਨ ਲਈ ਅਸੀਂ ਕੇਵਲ 3 ਰਿਕਾਰਡ ਹੀ ਵਰਤ ਰਹੇ ਹਾਂ। ਐਡਰੈਸ ਐਂਟਰੀਆਂ ਕਰਨ ਤੋਂ ਬਾਅਦ ਅਸੀਂ ਓਕੇ ਬਟਨ ਉੱਪਰ ਕਲਿੱਕ ਕਰਾਂਗੇ। ਹੁਣ ਇਹ ਇਹਨਾਂ ਪ੍ਰਾਪਤਕਰਤਾਵਾਂ ਦੀ ਸੂਚੀ ਨੂੰ ਸਟੋਰ ਕਰਨ ਲਈ ਫਾਈਲ ਦਾ ਨਾਮ ਪੁੱਛ ਰਿਹਾ ਹੈ। ਇਸ ਫਾਈਲ ਨੂੰ ਅਸੀਂ ਡਾਟਾ ਸੋਰਸ ਫਾਈਲ ਕਹਾਂਗੇ। ਮੰਨ ਲਓ ਇਸ ਵਿੱਚ ਅਸੀਂ ਇਸ ਦਾ ਨਾਮ ਦਿੰਦੇ ਹਾਂ ਪੇਰੈਂਟਸ। ਇਸ ਵਿੱਚ ਅਸੀਂ ਪੇਰੈਂਟਸ ਨਾਮ ਦੇ ਨਾਲ ਇਸ ਫਾਈਲ ਨੂੰ ਜਾਂ ਇਸ ਡਾਟਾ ਸੋਰਸ ਨੂੰ ਸੇਵ ਕਰ ਰਹੇ ਹਾਂ। ਫਾਈਲ ਦਾ ਨਾਮ ਪੇਰੈਂਟਸ ਟਾਈਪ ਕਰਨ ਤੋਂ ਬਾਅਦ ਅਸੀਂ ਸੇਵ ਬਟਨ ਉੱਪਰ ਕਲਿੱਕ ਕਰਾਂਗੇ ਅਤੇ ਇਹ ਡਾਟਾ ਸੋਰਸ ਫਾਈਲ ਸਾਡੇ ਕੋਲ ਸੇਵ ਹੋ ਜਾਵੇਗੀ। ਹੁਣ ਇਹ ਪੁੱਛ ਰਿਹਾ ਹੈ ਕਿ ਇਸ ਫਾਈਲ ਵਿੱਚ ਕਿਹੜੇ-ਕਿਹੜੇ ਰਿਕਾਰਡ ਤੁਸੀਂ ਮੇਲ ਮਰਜ ਲਈ ਵਰਤਣੇ ਹਨ।
पहला रिकॉर्ड, दूजा रिकॉर्ड, तीजा रिकॉर्ड, तिन्ने रिकॉर्ड असी मेल मर्ज ਲਈ ਵਰਤਨੇ ਹਨ। चौथा रिकॉर्ड जो है साडा खाली है, इसलिए ਅਸੀਂ ਇੱਥੋਂ ਟਿਕ ਹਟਾ ਦੇਵਾਂਗੇ। ਜਿਹੜੇ ਜਿਹੜੇ ਰਿਕॉर्ड ਉੱਪਰ ਅਸੀਂ ਟਿਕ ਲਗਾਵਾਂਗੇ ਕੇਵਲ ਉਹੀ ਰਿਕॉर्ड ਹੀ ਮੇਲ ਮਰਜ ਲਈ ਵਰਤੇ ਜਾਣਗੇ। ਮੇਲ ਮਰਜ ਲਈ ਰਿਕॉर्ड ਸਿਲੈਕਟ ਕਰਨ ਤੋਂ ਬਾਅਦ ਅਸੀਂ ਓਕੇ ਬਟਨ ਉੱਪਰ ਕਲਿੱਕ ਕਰਾਂਗੇ। ਹੁਣ ਸਾਡਾ ਡਾਟਾ ਸੋਰਸ ਤਿਆਰ ਹੋ ਚੁੱਕਿਆ ਹੈ, ਜਿਸ ਵਿੱਚ ਅਸੀਂ ਉਹਨਾਂ ਸਾਰੇ ਵਿਅਕਤੀਆਂ ਦੇ ਜਾਂ ਉਹਨਾਂ ਸਾਰੇ ਪੇਰੈਂਟਸ ਦੇ ਐਡਰੈਸ ਲਿਖ ਚੁੱਕੇ ਹਾਂ ਜਿਨ੍ਹਾਂ ਨੂੰ ਅਸੀਂ ਡਾਕੂਮੈਂਟ ਜਾਂ ਮੇਲ ਭੇਜਣੀ ਹੈ। ਅਗਲੇ ਸਟੈਪ ਤੇ ਜਾਣ ਲਈ ਅਸੀਂ ਨੈਕਸਟ ਲਿੰਕ ਉੱਪਰ ਕਲਿੱਕ ਕਰਾਂਗੇ। ਚੌਥਾ ਸਟੈਪ ਹੈ ਰਾਈਟ ਯੂਅਰ ਲੈਟਰ। ਇਸ ਸਟੈਪ ਵਿੱਚ ਅਸੀਂ ਸਾਰਿਆਂ ਨੂੰ ਭੇਜੀ ਜਾਣ ਵਾਲੀ ਸਾਂਝੀ ਸੂਚਨਾ ਤਿਆਰ ਕਰਾਂਗੇ। ਆਓ ਦੇਖਦੇ ਹਾਂ ਇਹ ਕੰਮ ਕਿਵੇਂ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਟੂ ਲਗਾ ਕੇ ਲੈਟਰ ਲਿਖਣਾ ਸ਼ੁਰੂ ਕਰਦੇ ਹਾਂ। ਟੂ ਤੋਂ ਬਾਅਦ ਅਗਲੀਆਂ ਲਾਈਨਾਂ ਵਿੱਚ ਅਸੀਂ ਉਹਨਾਂ ਵਿਅਕਤੀਆਂ ਦੇ ਐਡਰੈਸ ਲਿਖਣਾ ਚਾਹੁੰਦੇ ਹਾਂ ਜਿਨ੍ਹਾਂ ਨੂੰ ਅਸੀਂ ਇਹ ਪੱਤਰ ਭੇਜਣਾ ਹੈ। ਅਸੀਂ ਇਹ ਐਡਰੈਸ ਜੋ ਅਸੀਂ ਡਾਟਾ ਸੋਰਸ ਤੀਸਰੇ ਸਟੈਪ ਵਿੱਚ ਤਿਆਰ ਕੀਤੀ ਸੀ ਉੱਥੋਂ ਲੈਣਾ ਚਾਹੁੰਦੇ ਹਾਂ। ਤਾਂ ਇਸ ਕੰਮ ਲਈ ਅਸੀਂ ਮੇਲਿੰਗ ਟੈਬ ਦੇ ਰਾਈਟ ਐਂਡ ਇਨਸਰਟ ਫੀਲਡ ਗਰੁੱਪ ਵਿੱਚ ਇਨਸਰਟ ਮਰਜ ਫੀਲਡ ਆਪਸ਼ਨ ਦੀ ਵਰਤੋਂ ਕਰਾਂਗੇ। ਇਸ ਵਿੱਚ ਅਸੀਂ ਸਭ ਤੋਂ ਪਹਿਲਾਂ ਚਾਹੁੰਦੇ ਹਾਂ ਕਿ ਟਾਈਟਲ ਲਿਖਿਆ ਹੋਵੇ, ਫਿਰ ਅਸੀਂ ਚਾਹੁੰਦੇ ਹਾਂ ਫਸਟ ਨੇਮ ਲਿਖਿਆ ਹੋਵੇ, ਫਿਰ ਅਸੀਂ ਚਾਹੁੰਦੇ ਹਾਂ ਲਾਸਟ ਨੇਮ ਲਿਖਿਆ ਹੋਵੇ। ਇਹਨਾਂ ਵਿਚਕਾਰ ਅਸੀਂ ਖਾਲੀ ਥਾਂ ਛੱਡ ਲੈਂਦੇ ਹਾਂ। ਉਸ ਤੋਂ ਬਾਅਦ ਕੋਮਾ ਟਾਈਪ ਕੀਤਾ ਅਤੇ ਐਂਟਰ ਕਰਕੇ ਅਗਲੀ ਲਾਈਨ ਵਿੱਚ ਆ ਗਈ। ਫਿਰ ਟੈਬ ਬਟਨ ਦੀ ਸਹਾਇਤਾ ਨਾਲ ਅਸੀਂ ਇਸ ਲਾਈਨ ਦੇ ਸ਼ੁਰੂ ਵਿੱਚ ਕੁਝ ਖਾਲੀ ਥਾਂ ਛੱਡ ਦਿੱਤੀ। ਹੁਣ ਅਸੀਂ ਐਡਰੈਸ ਲਾਈਨ 1 ਕੋਮਾ ਪਾ ਕੇ ਅਗਲੀ ਲਾਈਨ ਵਿੱਚ, ਫਿਰ ਟੈਬ ਦੱਬ ਕੇ ਐਡਰੈਸ ਲਾਈਨ 2, ਫਿਰ ਕੋਮਾ ਦੱਬ ਕੇ ਅਗਲੀ ਲਾਈਨ ਵਿੱਚ ਟੈਬ ਕੀ ਪ੍ਰੈਸ ਕਰਨ ਤੋਂ ਬਾਅਦ ਸਿਟੀ ਅਤੇ ਨਾਲ ਹੀ ਬ੍ਰੈਕਟ ਵਿੱਚ ਸਟੇਟ ਦਰਸਾਉਣਾ ਚਾਹੁੰਦੇ ਹਾਂ ਅਤੇ ਡੈਸ਼ ਪਾ ਕੇ ਅਸੀਂ ਚਾਹੁੰਦੇ ਹਾਂ ਕਿ ਜ਼ਿਪ ਕੋਡ ਵੀ ਆਵੇ। ਤਾਂ ਜਿਸ ਐਡਰੈਸ ਫਾਰਮੈਟ ਵਿੱਚ ਅਸੀਂ ਐਡਰੈਸ ਸੈੱਟ ਕਰਨਾ ਹੈ ਉਸ ਸੀਕੁਐਂਸ ਵਿੱਚ ਅਸੀਂ ਉਹਨਾਂ ਕਾਲਮਾਂ ਦੇ ਨਾਮ ਐਡ ਕਰ ਲਏ ਹਨ। ਮੇਲ ਮਰਜ ਕਮਾਂਡ ਆਪਣੇ ਆਪ ਇਹਨਾਂ ਕਾਲਮਾਂ ਦੀ ਥਾਂ ਤੇ ਉਹਨਾਂ ਐਡਰੈਸਾਂ ਨੂੰ ਚੁੱਕ ਕੇ ਪੁੱਟ ਕਰ ਦੇਵੇਗੀ ਅਤੇ ਸਾਡਾ ਮੇਲ ਮਰਜ ਦਾ ਕੰਮ ਆਪਣੇ ਆਪ ਪੂਰਾ ਕਰ ਦੇਵੇਗੀ। ਆਓ ਹੁਣ ਉਹ ਸਾਂਝੀ ਸੂਚਨਾ ਤਿਆਰ ਕਰੀਏ ਜੋ ਸਾਰੇ ਐਡਰੈਸਾਂ ਉੱਪਰ ਭੇਜੀ ਜਾਣੀ ਹੈ। ਇਸ ਤਰ੍ਹਾਂ ਅਸੀਂ ਆਪਣੀ ਮੇਲ ਮਰਜ ਦੀ ਐਗਜ਼ਾਮਪਲ ਨੂੰ ਪੂਰਾ ਕਰਨ ਲਈ ਇੱਕ ਡੰਮੀ ਲੈਟਰ ਲਿਖਿਆ ਹੈ ਜਿਸ ਵਿੱਚ ਕੁਝ ਇਨਫੋਰਮੇਸ਼ਨ ਜੋ ਸਾਰਿਆਂ ਨੂੰ ਭੇਜੀ ਜਾਣੀ ਹੈ ਉਹ ਲਿਖੀ ਹੈ। ਇਸ ਲੈਟਰ ਵਿੱਚ ਅਸੀਂ ਐਡਰੈਸ ਲਈ ਜੋ ਡਾਟਾ ਸੋਰਸ ਦੇ ਕਾਲਮ ਨੇਮਸ ਹਨ ਉਹਨਾਂ ਦੀ ਵਰਤੋਂ ਕੀਤੀ ਹੈ ਅਤੇ ਉਸ ਤੋਂ ਬਾਅਦ ਅਸੀਂ ਸਾਰਿਆਂ ਨੂੰ ਭੇਜੀ ਜਾਣ ਵਾਲੀ ਸਾਂਝੀ ਸੂਚਨਾ ਟਾਈਪ ਕੀਤੀ ਹੈ। ਅਸੀਂ ਕਾਲਮਾਂ ਦੇ ਫੀਲਡ ਆਪਣੀ ਜ਼ਰੂਰਤ ਅਨੁਸਾਰ ਪੂਰੇ ਲੈਟਰ ਵਿੱਚ ਕਿਤੇ ਵੀ ਇਨਸਰਟ ਕਰ ਸਕਦੇ ਹਾਂ। ਸਾਰਾ ਲੈਟਰ ਅਤੇ ਐਡਰੈਸ ਵਗੈਰਾ ਮੈਂਸ਼ਨ ਕਰਨ ਤੋਂ ਬਾਅਦ ਅਸੀਂ ਹੁਣ ਅਗਲੇ ਸਟੈਪ ਉੱਪਰ ਜਾਵਾਂਗੇ। ਅਗਲੇ ਸਟੈਪ ਉੱਪਰ ਜਾਣ ਲਈ ਨੈਕਸਟ ਬਟਨ ਉੱਪਰ ਕਲਿੱਕ ਕਰਨਾ ਹੈ। ਇਸ ਵਿੱਚ ਸਾਨੂੰ ਸਾਡੇ ਲੈਟਰ ਦਾ ਪ੍ਰੀਵਿਊ ਦਿਖਾਈ ਦੇਵੇਗਾ। ਕਲਿੱਕ ਕੀਤਾ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਜੋ ਸਾਡੇ ਕਾਲਮਾਂ ਦੇ ਨਾਮ ਸਨ ਉਹਨਾਂ ਦੀ ਥਾਂ ਆਪਣੇ ਆਪ ਉਹਨਾਂ ਕਾਲਮਾਂ ਵਿੱਚ ਲਿਖਿਆ ਗਿਆ ਡਾਟਾ ਆ ਜਾਵੇਗਾ। ਇਸ ਸਟੈਪ ਵਿੱਚ ਮੇਲ ਮਰਜ ਵੱਲੋਂ ਤਿਆਰ ਕੀਤੇ ਗਏ ਲੈਟਰਸ ਦਾ ਪ੍ਰੀਵਿਊ ਦਿਖਾਇਆ ਗਿਆ ਹੈ। ਜਿਵੇਂ ਕਿ ਇੱਥੇ ਲਿਖਿਆ ਆ ਰਿਹਾ ਹੈ ਰੈਸੀਪੀਐਂਟ 3, ਇਹ ਤੀਜੇ ਪ੍ਰਾਪਤਕਰਤਾ ਤੀਜੇ ਪੇਰੈਂਟਸ ਦਾ ਜੋ ਲੈਟਰ ਹੈ
ਉਹ ਦਿਖਾਇਆ ਗਿਆ ਹੈ। ਜੇਕਰ ਅਸੀਂ ਬਾਕੀ ਲੈਟਰਸ ਪ੍ਰੀਵਿਊ ਕਰਨੇ ਹਨ ਤਾਂ ਅਸੀਂ ਇਹਨਾਂ ਬਟਨਾਂ ਦੀ ਨੈਵੀਗੇਸ਼ਨ ਬਟਨਾਂ ਦੀ ਸਹਾਇਤਾ ਨਾਲ ਬਾਕੀ ਲੈਟਰ ਵੀ ਦੇਖ ਸਕਦੇ ਹਾਂ। ਜਿਵੇਂ ਇਹ ਪਹਿਲਾ ਲੈਟਰ ਰਾਮ ਸਿੰਘ ਲਈ ਆ ਗਿਆ, ਦੂਸਰਾ ਲੈਟਰ ਮਹੇਸ਼ ਕੁਮਾਰ ਲਈ ਆ ਗਿਆ, ਤੀਸਰਾ ਲੈਟਰ ਮੀਨਾ ਦੇਵੀ ਲਈ ਆ ਗਿਆ। ਇਸ ਤਰ੍ਹਾਂ ਅਸੀਂ ਸਾਰੇ ਲੈਟਰਸ ਦਾ ਪ੍ਰੀਵਿਊ ਕਰ ਸਕਦੇ ਹਾਂ। ਜੇਕਰ ਕਿਸੇ ਲੈਟਰ ਵਿੱਚ ਕੋਈ ਬਦਲਾਵ ਕਰਨ ਦੇ ਇੱਛੁਕ ਹਾਂ ਤਾਂ ਉਹ ਬਦਲਾਵ ਅਸੀਂ ਇਸ ਪੁਆਇੰਟ ਉੱਪਰ ਕਰ ਸਕਦੇ ਹਾਂ। ਜੇਕਰ ਸਾਡੇ ਇਹ ਸਾਰੇ ਲੈਟਰ ਫਾਈਨਲ ਹਨ ਤਾਂ ਅਸੀਂ ਆਖਰੀ ਸਟੈਪ ਕੰਪਲੀਟ ਦਾ ਮਰਜ ਉੱਪਰ ਜਾਵਾਂਗੇ, ਜਿਸ ਲਈ ਅਸੀਂ ਨੈਕਸਟ ਲਿੰਕ ਉੱਪਰ ਕਲਿੱਕ ਕਰਾਂਗੇ। ਜਦੋਂ ਅਸੀਂ ਕੰਪਲੀਟ ਦਾ ਮਰਜ ਆਖਰੀ ਸਟੈਪ ਉੱਪਰ ਆ ਗਏ ਤਾਂ ਸਾਡੇ ਕੋਲ ਇੱਥੇ ਮਰਜ ਲਈ ਦੋ ਆਪਸ਼ਨਸ ਹਨ। ਅਸੀਂ ਇਹਨਾਂ ਲੈਟਰਸ ਨੂੰ ਪ੍ਰਿੰਟ ਕਰਨਾ ਹੈ ਜਾਂ ਇਕੱਲੇ ਲੈਟਰ ਨੂੰ ਓਪਨ ਕਰਕੇ ਉਸ ਵਿੱਚ ਐਡੀਟਿੰਗ ਕਰਨੀ ਹੈ। ਜੇਕਰ ਅਸੀਂ ਪ੍ਰਿੰਟ ਆਪਸ਼ਨ ਉੱਪਰ ਕਲਿੱਕ ਕਰਾਂਗੇ ਤਾਂ ਇਹ ਪੁੱਛ ਰਿਹਾ ਹੈ ਸਾਰੇ ਰਿਕਾਰਡ ਪ੍ਰਿੰਟ ਕਰਨੇ ਹਨ ਜਾਂ ਕੇਵਲ ਕਰੰਟ ਰਿਕਾਰਡ ਜੋ ਸਾਨੂੰ ਦਿਖਾਈ ਦੇ ਰਿਹਾ ਹੈ ਉਹ ਪ੍ਰਿੰਟ ਕਰਨਾ ਹੈ, ਜਾਂ ਕਿਹੜੇ ਰਿਕਾਰਡ ਤੋਂ ਕਿਹੜੇ ਰਿਕਾਰਡ ਤੱਕ ਉਹ ਰਿਕਾਰਡ ਨੰਬਰ ਭਰ ਕੇ ਅਸੀਂ ਉਹਨਾਂ ਲੈਟਰਸ ਦਾ ਪ੍ਰਿੰਟ ਕਰ ਸਕਦੇ ਹਾਂ ਜੇਕਰ ਅਸੀਂ ਕੁਝ ਲੈਟਰ ਹੀ ਪ੍ਰਿੰਟ ਕਰਨੇ ਹਨ। ਕਿਉਂਕਿ ਅਸੀਂ ਸਾਰੇ ਲੈਟਰ ਪ੍ਰਿੰਟ ਕਰਨਾ ਚਾਹੁੰਦੇ ਹਾਂ ਤਾਂ ਆਲ ਆਪਸ਼ਨ ਉੱਪਰ ਕਲਿੱਕ ਕਰਕੇ ਓਕੇ ਉੱਪਰ ਕਲਿੱਕ ਕਰਾਂਗੇ ਤਾਂ ਕੰਪਿਊਟਰ ਨਾਲ ਅਟੈਚਡ ਪ੍ਰਿੰਟਰ ਉੱਪਰ ਸਾਰੇ ਲੈਟਰ 1 ਬਾਏ 1 ਪ੍ਰਿੰਟ ਹੋਣੇ ਸ਼ੁਰੂ ਹੋ ਜਾਣਗੇ। ਜੇਕਰ ਅਸੀਂ ਕਿਸੇ ਵੀ ਸਟੈਪ ਵਿੱਚ ਵਾਪਸ ਜਾਣਾ ਚਾਹੁੰਦੇ ਹਾਂ ਪਿੱਛੇ ਵੱਲ ਨੂੰ ਤਾਂ ਅਸੀਂ ਇਸ ਸਟੈਪ ਵਿੱਚ ਜੋ ਨੀਚੇ ਪ੍ਰੀਵੀਅਸ ਨਾਮ ਦਾ ਲਿੰਕ ਹੈ ਉਸ ਉੱਪਰ ਕਲਿੱਕ ਕਰਦੇ ਹੋਏ ਕਿਸੇ ਵੀ ਪਿਛਲੇ ਸਟੈਪ ਉੱਪਰ ਜਾ ਕੇ ਜੋ ਵੀ ਚੇਂਜਸ ਕਰਨਾ ਚਾਹੁੰਦੇ ਹਾਂ ਉਹ ਕਰ ਸਕਦੇ ਹਾਂ। ਇਸ ਤਰ੍ਹਾਂ ਇਹਨਾਂ 6 ਸਟੈਪਾਂ ਦੀ ਮਦਦ ਨਾਲ ਅਸੀਂ ਮੇਲ ਮਰਜ ਦਾ ਕੰਮ ਪੂਰਾ ਕਰ ਸਕਦੇ ਹਾਂ, ਜਿਸ ਵਿੱਚ ਡਾਟਾ ਸੋਰਸ ਅਤੇ ਮੁੱਖ ਡਾਕੂਮੈਂਟ ਦੋਵਾਂ ਨੂੰ ਕੰਬਾਈਨ ਕਰਕੇ ਵੱਖ-ਵੱਖ ਐਡਰੈਸਾਂ ਲਈ ਲੈਟਰਸ ਤਿਆਰ ਹੋ ਜਾਣਗੇ। ਇਸ ਟਾਈਮ ਸਾਨੂੰ ਇਹ ਤੀਸਰਾ ਲੈਟਰ ਦਿਖਾਈ ਦੇ ਰਿਹਾ ਹੈ। ਜੇਕਰ ਅਸੀਂ ਦੂਸਰਾ ਜਾਂ ਪਹਿਲਾ ਜਾਂ ਹੋਰ ਰਿਕਾਰਡ ਦੇਖਣੇ ਹਨ ਤਾਂ ਮੇਲਿੰਗ ਟੈਬ ਦੇ ਪ੍ਰੀਵਿਊ ਰਿਜ਼ਲਟ ਵਿੱਚ ਨੈਵੀਗੇਸ਼ਨ ਬਟਨਸ ਦਿੱਤੇ ਗਏ ਹਨ। ਇਸ ਸਮੇਂ ਅਸੀਂ ਤੀਸਰੇ ਰਿਕਾਰਡ ਉੱਪਰ ਹਾਂ, ਜੇਕਰ ਇਸ ਤੇ ਕਲਿੱਕ ਕਰਾਂਗੇ ਦੂਜੇ ਰਿਕਾਰਡ ਉੱਪਰ ਆ ਗਏ, ਪਹਿਲੇ ਰਿਕਾਰਡ ਉੱਪਰ ਆ ਗਏ। ਇਸੇ ਤਰ੍ਹਾਂ ਅਸੀਂ ਰਿਕਾਰਡ ਵਿੱਚ ਅੱਗੇ ਪਿੱਛੇ ਨੈਵੀਗੇਟ ਕਰ ਸਕਦੇ ਹਾਂ ਅਤੇ ਆਪਣੇ ਲੈਟਰਸ ਨੂੰ ਦੇਖਦੇ ਹੋਏ ਇਕੱਲਾ ਲੈਟਰ ਵੀ ਪ੍ਰਿੰਟ ਕਰ ਸਕਦੇ ਹਾਂ। ਪਿਆਰੇ ਬੱਚੋ, ਇਹ ਸੀ ਸਾਡਾ ਪਾਠ ਪਹਿਲੇ ਨਾਲ ਸੰਬੰਧਿਤ ਆਖਰੀ ਟੌਪਿਕ ਮੇਲ ਮਰਜ। ਉਮੀਦ ਹੈ ਤੁਹਾਨੂੰ ਇਹ ਸਾਰੇ ਟੌਪਿਕ ਅੱਛੀ ਤਰ੍ਹਾਂ ਸਮਝ ਆ ਗਏ ਹੋਣਗੇ। ਜੇਕਰ ਕਿਸੇ ਟੌਪਿਕ ਉੱਪਰ ਡਾਊਟ ਹੈ ਤਾਂ ਇਸ ਵੀਡੀਓ ਲੈਕਚਰ ਨੂੰ ਦੁਬਾਰਾ ਦੇਖ ਕੇ ਆਪਣੇ ਉਹ ਡਾਊਟ ਕਲੀਅਰ ਕਰ ਲਵੋ ਅਤੇ 8ਵੀਂ ਜਮਾਤ ਨਾਲ ਸੰਬੰਧਿਤ ਜੋ ਚੈਪਟਰ ਵਾਈਜ਼ ਵੀਡੀਓ ਸੀਰੀਜ਼ ਸ਼ੁਰੂ ਕੀਤੀ ਗਈ ਹੈ ਉਹ ਦੇਖਣਾ ਵੀ ਨਾ ਭੁੱਲਿਓ। 8ਵੀਂ ਜਮਾਤ ਨਾਲ ਸੰਬੰਧਿਤ ਚੈਪਟਰ ਵਾਈਜ਼ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਪਾਏ ਗਏ ਹਨ। ਤੁਸੀਂ ਉਹਨਾਂ ਲਿੰਕਸ ਉੱਪਰ ਕਲਿੱਕ ਕਰਕੇ 8ਵੀਂ ਕਲਾਸ ਦੇ ਵੀਡੀਓ ਲੈਕਚਰ ਦੀ ਸੀਰੀਜ਼ ਦੇਖ ਸਕਦੇ ਹੋ। ਜੇਕਰ ਤੁਹਾਨੂੰ ਇਹ ਵੀਡੀਓ ਲੈਕਚਰ ਅਤੇ ਇਸ ਚੈਨਲ ਉੱਪਰ ਪਾਈਆਂ ਗਈਆਂ ਵੀਡੀਓਜ਼ ਯੂਜ਼ਫੁਲ ਲੱਗਦੀਆਂ ਹਨ, ਵਧੀਆ ਲੱਗਦੀਆਂ ਹਨ, ਇਹਨਾਂ ਵਿੱਚ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀਂ ਇਸ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਤੇ ਕਮੈਂਟ ਬਾਕਸ ਵਿੱਚ ਜਾ ਕੇ ਜ਼ਰੂਰ ਦੱਸੋ ਕਿ ਤੁਹਾਨੂੰ ਮੇਰੀਆਂ ਵੀਡੀਓਜ਼ ਕਿਸ ਤਰ੍ਹਾਂ ਲੱਗਦੀਆਂ ਹਨ। ਅੱਜ ਲਈ ਇੰਨਾ ਹੀ, ਧੰਨਵਾਦ।